ਸੋ ਹੈਲੋ ਸਟੂਡੈਂਟਸ, ਵੈਲਕਮ ਟੂ ਓਰੀਜਨ ਇੰਸਟੀਚਿਊਟ। ਅੱਜ ਆਪਾਂ ਨੈਕਸਟ ਟੌਪਿਕ ਕਵਰ ਕਰਨ ਵਾਲੇ ਹਾਂ, ਜਿਸ ਵਿੱਚ ਆਪਾਂ ਸਫੈਰੀਕਲ ਸਰਫੇਸਿਸ ਬਾਰੇ ਜਿਹੜੀ ਹੈਗੀ ਗੱਲ ਕਰਾਂਗੇ। ਸੋ ਸਫੈਰੀਕਲ ਸਰਫੇਸਿਸ ਦੇ ਬਾਰੇ ਆਪਾਂ ਗੱਲ ਕਰਾਂਗੇ। ਇਹਦੇ ਵਿੱਚ ਆਪਣੇ ਕੋਲ ਕੀ ਹੈ, ਦੋ ਤਰ੍ਹਾਂ ਦੇ ਸਫੈਰੀਕਲ ਸਰਫੇਸਿਸ ਆਪਾਂ ਰੀਡ ਕਰਾਂਗੇ। ਸੋ ਪਹਿਲਾ ਹੋਊਗਾ ਕਨਵੈਕਸ ਸਫੈਰੀਕਲ ਸਰਫੇਸ ਐਂਡ ਦੂਸਰਾ ਹੋਊਗਾ ਕਨਕੇਵ ਸਫੈਰੀਕਲ ਸਰਫੇਸ। ਦੈਨ ਆਪਣੇ ਕੋਲ ਆਪਾਂ ਇਹਦੇ ਵਿੱਚ ਜਿਹੜੇ ਹੈਗੇ 5 ਕੇਸਿਸ ਜਿਹੜੇ ਹੈਗੇ ਰੀਡ ਕਰਾਂਗੇ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਫੈਰੀਕਲ ਸਰਫੇਸਿਸ ਹੁੰਦੇ ਕੀ ਹੈ। ਸੋ ਇਟ ਇਜ਼ ਅ ਪਾਰਟ ਆਫ ਸਫੀਅਰ ਆਫ ਟਰਾਂਸਪੇਰੈਂਟ ਰਿਫਰੈਕਟਿੰਗ ਮਟੀਰੀਅਲ। ਮਤਲਬ ਆਪਣੇ ਕੋਲ ਕੀ ਹੈ, ਕੋਈ ਟਰਾਂਸਪੇਰੈਂਟ ਰਿਫਰੈਕਟਿੰਗ ਮਟੀਰੀਅਲ ਦਾ ਕੀ ਹੈਗਾ, ਕੋਈ ਸੋਲਿਡ ਸਫੀਅਰ ਆ, ਠੀਕ ਹੈ। ਉਹ ਤੋਂ ਆਪਣੇ ਕੋਲ ਆਪਾਂ ਕੀ ਹੈ, ਕੱਟ ਕੇ ਉਹਨੂੰ ਦੋ ਤਰ੍ਹਾਂ ਦੇ ਜਿਹੜੇ ਹੈਗੇ ਰਿਫਰੈਕਟਿੰਗ ਸਰਫੇਸ ਜਿਹੜੇ ਬਣਾ ਸਕਦੇ ਹਾਂ। ਸੋ ਕਿਹੜੇ ਕਿਹੜੇ ਰਿਫਰੈਕਟਿੰਗ ਸਰਫੇਸ ਬਣਦੇ, ਇੱਕ ਕੀ ਹੁੰਦਾ ਆਪਣੇ ਕੋਲ ਕਨਵੈਕਸ ਸਫੈਰੀਕਲ ਰਿਫਰੈਕਟਿੰਗ ਸਰਫੇਸ, ਇੱਕ ਕੀ ਹੈਗਾ ਆਪਣੇ ਕੋਲ ਕਨਕੇਵ ਸਫੈਰੀਕਲ ਰਿਫਰੈਕਟਿੰਗ ਸਰਫੇਸ। ਸੋ ਦੇਖੋ ਆਪਣੇ ਕੋਲ ਕੀ ਹੈ, ਮੰਨ ਲਓ ਆਪਣੇ ਕੋਲ ਕੀ ਸੀਗਾ, ਕੋਈ ਸੋਲਿਡ ਸਫੀਅਰ ਸੀਗਾ, ਉਹਨੂੰ ਮੈਂ ਕੀ ਕਰਿਆ, ਦੋ ਪਾਰਟਸ ਵਿੱਚ ਜਿਹੜਾ ਹੈਗਾ ਕੱਟ ਕਰ ਲਿਆ। ਸੋ ਆਹ ਵਾਲਾ ਪਾਰਟ ਇਹਦਾ ਕੀ ਹੋਊਗਾ, ਆਪਣੇ ਕੋਲ ਡੈਂਸਰ ਹੋਊਗਾ, ਇੱਧਰ ਬਾਹਰ ਕੀ ਹੈਗੀ ਏਅਰ, ਸੋ ਇੱਧਰ ਕੀ ਹੋਊਗਾ ਆਪਣੇ ਕੋਲ ਰੇਅਰ ਮੀਡੀਅਮ ਹੋਊਗਾ ਕੁਛ ਇੱਦਾਂ। ਸੋ ਇੱਦਾਂ ਦਾ ਜੋ ਆਪਣੇ ਕੋਲ ਕੀ ਸਰਫੇਸ ਹੋਊਗਾ, ਜਿਸ 'ਚ ਆਊਟਸਾਈਡ ਵਾਲੇ ਪਾਸੇ ਕੀ ਹੋਊਗਾ, ਆਪਣੇ ਕੋਲ ਬਲਜ ਆਊਗਾ। ਇੱਦਾਂ ਦੇ ਆਪਣੇ ਕੋਲ ਰਿਫਰੈਕਟਿੰਗ ਸਰਫੇਸ ਨੂੰ ਆਪਾਂ ਕੀ ਬੋਲਦੇ ਨੇ, ਕਨਵੈਕਸ ਸਫੈਰੀਕਲ ਰਿਫਰੈਕਟਿੰਗ ਸਰਫੇਸ ਬੋਲਦੇ ਨੇ। ਅਗਰ ਮੈਂ ਸਫੀਅਰ ਨੂੰ ਕੰਪਲੀਟ ਕਰਾਂ ਤਾਂ ਆਪਣੇ ਕੋਲ ਕੀ ਇਹਦਾ ਸੈਂਟਰ ਦੇ ਵਿੱਚ ਬਿਲਕੁਲ ਐਗਜ਼ੈਕਟ ਜੋ ਸੈਂਟਰ ਹੁੰਦਾ, ਉਹ ਕੀ ਹੁੰਦਾ ਆਪਣਾ ਸੈਂਟਰ ਆਫ ਕਰਵੇਚਰ ਰਹਿੰਦਾ। ਆ ਕੀ ਹੋਊਗਾ ਆਪਣੇ ਕੋਲ ਪੋਲ ਹੋਊਗਾ। ਸੋ ਬਾਹਰ ਆਪਣੇ ਕੋਲ ਕੀ ਹੈ ਏਅਰ, ਸੋ ਰੀਅਰ ਮੀਡੀਅਮ ਆ ਗਿਆ ਬਾਹਰ, ਸੋ ਜਿਹਦਾ ਰਿਫਰੈਕਟਿਵ ਇੰਡੈਕਸ ਕੀ ਹੈਗਾ ਆਪਣੇ ਕੋਲ μ1। ਇੱਧਰ ਅੰਦਰ ਆਪਣੇ ਕੋਲ ਕੀ ਹੈਗਾ, ਪੂਰਾ ਦਾ ਪੂਰਾ ਰਿਫਰੈਕਟਿੰਗ ਮੀਡੀਅਮ ਹੋਊਗਾ ਕੋਈ। ਸੋ ਅੰਦਰ ਕੀ ਹੈਗਾ ਆਪਣੇ ਕੋਲ ਡੈਂਸਰ ਮੀਡੀਅਮ ਹੈ, ਜਿਹਦਾ ਰਿਫਰੈਕਟਿਵ ਇੰਡੈਕਸ ਕੀ ਹੈਗਾ ਆਪਣਾ μ2। ਸਿਮਿਲਰਲੀ ਕਨਕੇਵ ਸਫੈਰੀਕਲ ਰਿਫਰੈਕਟਿੰਗ ਸਰਫੇਸ ਕੀ ਹੁੰਦਾ ਆਪਣਾ, ਕਨਕੇਵ ਸਫੈਰੀਕਲ ਰਿਫਰੈਕਟਿੰਗ ਸਰਫੇਸ ਇੱਦਾਂ ਦਾ ਸਰਫੇਸ ਹੁੰਦਾ ਜਿਸ 'ਚ ਇਨਸਾਈਡ ਵਾਲੇ ਪਾਸੇ ਕੀ ਹੋਊਗਾ ਆਪਣੇ ਕੋਲ ਬਲਜ ਹੋਊਗਾ। ਕਲੀਅਰ ਹੋ ਗਿਆ। ਸੋ ਅੰਦਰ ਆਪਣੇ ਕੋਲ ਇੱਧਰ ਕੀ ਹੋਊਗਾ, ਰਿਫਰੈਕਟਿੰਗ ਮੀਡੀਅਮ ਆ ਗਿਆ। ਸੋ ਇੱਧਰ ਆਪਣੇ ਕੋਲ ਕੀ ਹੈਗਾ ਡੈਂਸਰ, ਇੱਧਰ ਬਾਹਰ ਕੀ ਹੈਗੀ ਆਪਣੀ ਏਅਰ। ਸੋ ਇੱਧਰ ਕੀ ਹੈਗਾ ਆਪਣੇ ਕੋਲ ਰੀਅਰ ਮੀਡੀਅਮ ਹੈ, ਜੇ ਰਿਫਰੈਕਟਿਵ ਇੰਡੈਕਸ ਕੀ ਹੈਗਾ ਆਪਣਾ μ1। ਇੱਧਰ ਆਪਣੇ ਕੋਲ ਕੀ ਹੈ, ਰਿਫਰੈਕਟਿਵ ਇੰਡੈਕਸ ਕੀ ਹੈਗਾ μ2। ਹੁਣ ਆਹ ਵਾਲਾ ਅਗਰ ਮੈਂ ਬਾਹਰਲਾ ਸਫੀਅਰ ਜਿਹੜਾ ਹੈਗਾ ਇਹਨੂੰ ਆਪਣੇ ਕੋਲ ਕੀ ਹੈ ਕੰਪਲੀਟ ਕਰਾਂ ਤਾਂ ਜੋ ਐਗਜ਼ੈਕਟ ਆਪਣੇ ਕੋਲ ਉਹਦਾ ਸੈਂਟਰ ਆਊਗਾ, ਉਹ ਕੀ ਉੱਥੇ ਆਪਣੇ ਕੋਲ ਸੈਂਟਰ ਆਫ ਕਰਵੇਚਰ ਆਪਣਾ ਕੀ ਕਰੂਗਾ, ਲਾਈ ਕਰੂਗਾ। ਸੋ ਦੋ ਤਰ੍ਹਾਂ ਦੇ ਰਿਫਰੈਕਟਿੰਗ ਸਰਫੇਸਿਸ ਹੁੰਦੇ ਆਪਣੇ ਕੋਲ। ਇੱਕ ਹੁੰਦਾ ਕਨਵੈਕਸ ਰਿਫਰੈਕਟਿੰਗ ਸਰਫੇਸ, ਜਿਹੜਾ ਆਹ ਵਾਲੀ ਫਿਗਰ ਦੇ ਵਿੱਚ ਦਿਖਾਇਆ ਗਿਆ, ਜਿਸ 'ਚ ਆਪਣੇ ਕੋਲ ਕੀ ਹੈ ਜੋ ਬਲਜ ਹੈਗਾ ਉਹ ਆਊਟਸਾਈਡ ਵਾਲੇ ਪਾਸੇ ਹੋਊਗਾ। ਇੱਕ ਕੀ ਹੁੰਦਾ ਆਪਣੇ ਕੋਲ ਕਨਕੇਵ ਰਿਫਰੈਕਟਿੰਗ ਸਰਫੇਸ, ਜਿਹਦੇ ਬਲ ਜਿਹੜਾ ਹੈਗਾ ਉਹ ਆਪਣੇ ਕੋਲ ਕੀ ਹੈ ਇਨਵਰਡ ਵਾਲੇ ਪਾਸੇ ਜਿਹੜਾ ਹੈਗਾ ਹੋਊਗਾ। ਜਿੱਧਰ ਆਪਣੇ ਕੋਲ ਰਿਫਰੈਕਟਿਵ ਮੀਡੀਅਮ ਹੈਗਾ ਉਧਰ ਹੀ ਆਪਣੇ ਕੋਲ ਕੀ ਹੋਊਗਾ, ਬਲਜ ਹੋਊਗਾ। ਕਲੀਅਰ ਹੋ ਗਿਆ। ਸੋ ਇਹਦੇ ਬੇਸਿਸ ਦੇ ਉੱਪਰ ਆਪਣੇ ਕੋਲ ਆਪਾਂ 5 ਕੇਸਿਸ ਜਿਹੜੇ ਹੈਗੇ ਕਰਾਂਗੇ, ਰਿਫਰੈਕਸ਼ਨ ਨੂੰ ਰੀਡ ਕਰਾਂਗੇ ਔਨ ਦੀ ਸਫੈਰੀਕਲ ਸਰਫੇਸਿਸ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਰਿਫਰੈਕਸ਼ਨ ਫਰੋਮ ਰੇਅਰ ਟੂ ਡੈਂਸਰ ਮੀਡੀਅਮ। ਸੋ ਆਪਾਂ ਕੀ ਕਰਾਂਗੇ, ਰੇਅਰ ਟੂ ਡੈਂਸਰ ਮੀਡੀਅਮ ਦੀ ਗੱਲ ਕਰਾਂਗੇ। ਕਿਹਦੇ ਵਾਸਤੇ, ਕਨਵੈਕਸ ਸਫੈਰੀਕਲ ਸਰਫੇਸ ਵਾਸਤੇ। ਸੋ ਆਪਣੇ ਕੋਲ ਕੀ ਹੈਗਾ, ਕੋਈ ਕਨਵੈਕਸ ਸਫੈਰੀਕਲ ਰਿਫਰੈਕਟਿੰਗ ਸਰਫੇਸ ਹੈ, ਜਿਸ 'ਚ ਆਪਣੇ ਕੋਲ ਆਪਾਂ ਜਾ ਰਹੇ ਹਾਂ ਰੇਅਰ ਟੂ ਡੈਂਸਰ ਮੀਡੀਅਮ। ਸੋ ਰੇਅਰ ਟੂ ਡੈਂਸਰ ਮੀਡੀਅਮ ਆਪਣੇ ਕੋਲ ਜਾ ਰਹੇ ਹਾਂ। ਸੋ ਜੋ ਰਿਫਰੈਕਸ਼ਨ ਹੋਊਗੀ ਉਹਨੂੰ ਆਪਾਂ ਕੀ ਕਰਨਾ, ਰੀਡ ਕਰਨਾ। ਸੋ ਇਹਦੇ ਵਿੱਚ ਆਪਣੇ ਕੋਲ ਕੀ ਹੈ, ਦੋ ਚੀਜ਼ਾਂ ਨਿਕਲ ਕੇ ਆਉਣਗੀਆਂ। ਸੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ, ਆਪਣੇ ਕੋਲ ਆਪਾਂ 5 ਕੇਸਿਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਗੱਲ ਕਰ ਰਹੇ ਹਾਂ ਕਨਵੈਕਸ ਸਫੈਰੀਕਲ ਸਰਫੇਸ ਦੀ, ਜਿਸ 'ਚ ਆਪਣੇ ਕੋਲ ਆਪਾਂ ਰੇਅਰ ਟੂ ਡੈਂਸਰ ਦੀ ਗੱਲ ਕਰਾਂਗੇ। ਇਹ 'ਚ ਦੋ ਚੀਜ਼ਾਂ ਹੋਣਗੀਆਂ। ਦੇਖੋ ਆਪਣੇ ਕੋਲ ਤੁਸੀਂ 10th ਕਲਾਸ ਦੇ ਵਿੱਚ ਵੀ ਪੜ੍ਹਿਆ। ਸੋ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਕਨਵੈਕਸ ਸਰਫੇਸ ਦੀ, ਉਹਦੇ ਵਿੱਚ ਆਪਣੇ ਕੋਲ ਕੀ ਹੈ, ਦੋਨੋਂ ਚੀਜ਼ਾਂ ਆਪਣੇ ਕੋਲ ਬਣਦੀਆਂ ਹੁੰਦੀਆਂ। ਕਿਹੜੀਆਂ, ਆਪਣੇ ਕੋਲ ਰੀਅਲ ਇਮੇਜ ਵੀ ਬਣਦੀ ਹੈ ਐਂਡ ਵਰਚੁਅਲ ਇਮੇਜ ਵੀ ਬਣਦੀ ਹੈ, ਠੀਕ ਹੈ। ਸੋ ਉਹਦੇ ਕੇਸ ਦੇ ਵਿੱਚ ਆਪਣੇ ਕੋਲ ਆਪਾਂ ਦੋਨੋਂ ਕੇਸ ਡਿਸਕਸ ਕਰਾਂਗੇ। ਜਦੋਂ ਆਪਣੇ ਕੋਲ ਇਹ ਜਿਹੜਾ ਆਬਜੈਕਟ ਹੈਗਾ ਉਹ ਰੇਅਰ ਦੇ ਵਿੱਚ ਲਾਈ ਕਰ ਰਿਹਾ ਐਂਡ ਇਮੇਜ ਜਿਹੜੀ ਹੈਗੀ ਉਹ ਆਪਣੇ ਕੋਲ ਡੈਂਸਰ ਦੇ ਵਿੱਚ ਬਣ ਰਹੀ ਹੈ। ਸੋ ਉਹਦੇ 'ਚੋਂ ਆਪਣੇ ਕੋਲ ਕੀ ਇੱਕ ਫਾਰਮੂਲਾ ਬਣੂਗਾ। ਦੂਸਰਾ ਆਪਣੇ ਕੋਲ ਕੀ ਹੈ, ਫਾਰਮੂਲਾ ਕੀ ਹੋਊਗਾ, ਜਦੋਂ ਆਬਜੈਕਟ ਆਪਣਾ ਡੈਂਸਰ ਦੇ ਵਿੱਚ ਲਾਈ ਕਰੂਗਾ ਐਂਡ ਇਮੇਜ ਆਪਣੀ ਹੈਗੀ ਉਹ ਕੀ ਹੈ, ਰੇਅਰ ਮੀਡੀਅਮ ਦੇ ਵਿੱਚ ਬਣੂਗੀ। ਸੋ ਦੋ ਫਾਰਮੂਲਾਜ਼ ਹੈਗੇ, ਉਹਨਾਂ ਨੂੰ ਤੇ ਡਾਇਰੈਕਟ ਵੀ ਯਾਦ ਰੱਖਣਾ, ਬਹੁਤ ਜ਼ਿਆਦਾ ਇੰਪੋਰਟੈਂਟ ਫਾਰਮੂਲਾਜ਼ ਹੈਗੇ। ਇਸ ਤੋਂ ਬਾਅਦ ਆਪਾਂ ਪੜਾਂਗੇ ਲੈਂਸ-ਮੇਕਰ ਫਾਰਮੂਲਾ, ਉਹਦੇ ਵਿੱਚ ਦੋਨੋਂ ਫਾਰਮੂਲਾਜ਼ ਆਪਾਂ ਡਾਇਰੈਕਟ ਯੂਜ਼ ਕਰਾਂਗੇ। ਸੋ ਦੋਨੋਂ ਫਾਰਮੂਲਾਜ਼ ਜਿਹੜੇ ਹੈਗੇ ਆ ਕੇਅਰਫੁਲੀ ਯਾਦ ਰੱਖਣੇ ਆ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਸੇ ਦੀ ਕਨਵੈਕਸ ਸਫੈਰੀਕਲ ਰਿਫਰੈਕਟਿੰਗ ਸਰਫੇਸ ਦੇ ਕੇਸ ਦੇ ਵਿੱਚ ਰੇਅਰ ਟੂ ਡੈਂਸਰ। ਮਤਲਬ ਆਪਣੇ ਕੋਲ ਰੇਅਰ ਦੇ ਵਿੱਚ ਕੀ ਹੋਊਗਾ, ਆਬਜੈਕਟ ਲਾਈ ਕਰੂਗੇ, ਡੈਂਸਰ ਦੇ ਵਿੱਚ ਇਮੇਜ ਫਾਰਮ ਹੋਊਗੀ। ਉਸ ਕੇਸ ਦੀ ਗੱਲ ਕरें ਜਦੋਂ ਆਪਣੇ ਕੋਲ ਇਮੇਜ ਜੋ ਫਾਰਮ ਹੋ ਰਹੀ ਹੈ ਉਹ ਕੀ ਹੋ ਰਹੀ ਹੈ, ਆਪਣੇ ਕੋਲ ਰੀਅਲ ਫਾਰਮ ਹੋ ਰਹੀ ਹੈ।
ਸੋ ਕੁਝ ਕਾਰਟੀਜ਼ਨ ਕੋਆਰਡੀਨੇਟਸ ਜਿਹੜੇ ਹੈਗੇ ਆਪਾਂ ਕੰਸੀਡਰ ਕਰਦੇ ਹਾਂ। ਪਹਿਲਾ ਉਹੀ ਸੇਮ ਆ, ਸਾਰੇ ਦੇ ਸਾਰੇ ਡਿਸਟੈਂਸ ਆਪਾਂ ਕੀ ਤੋਂ ਮੈਜ਼ਰ ਕਰਾਂਗੇ, ਪੋਲ ਆਫ ਰਿਫਰੈਕਟਿੰਗ ਸਰਫੇਸ ਤੋਂ ਆਪਾਂ ਕੀ ਕਰਾਂਗੇ, ਮੈਜ਼ਰ ਕਰਾਂਗੇ। ਜੋ ਡਿਸਟੈਂਸ ਆਪਣੇ ਕੋਲ ਇਨਸੀਡੈਂਟ ਰੇ ਦੀ ਡਾਇਰੈਕਸ਼ਨ 'ਚ ਆਪਾਂ ਮੈਜ਼ਰ ਕਰਾਂਗੇ ਉਹ ਕੀ ਹੋਣਗੇ, ਆਪਣੇ ਕੋਲ ਪੋਜ਼ਿਟਿਵ ਲਵਾਂਗੇ। ਉਸ ਤੋਂ ਓਪੋਜ਼ਿਟ ਲਵਾਂਗੇ ਤਾਂ ਆਪਣੇ ਕੋਲ ਕੀ ਹੋਣਗੇ, ਨੈਗੇਟਿਵ ਹੋਣਗੇ। ਕਲੀਅਰ ਹੋ ਗਿਆ। ਇਸ ਤੋਂ ਇਲਾਵਾ ਕੁਝ ਅਜ਼ੰਪਸ਼ਨਸ ਵੀ ਹੁੰਦੀਆਂ ਜਿਹੜੀਆਂ ਕੰਸੀਡਰ ਕਰਕੇ ਚੱਲਣੀਆਂ ਪੈਂਦੀਆਂ। ਸਭ ਤੋਂ ਪਹਿਲੀ ਅਜ਼ੰਪਸ਼ਨ ਕੀ ਹੈ ਕਿ ਆਪਣੇ ਕੋਲ ਜੋ ਵੀ ਆਬਜੈਕਟ ਲਵਾਂਗੇ ਆਪਾਂ ਉਹ ਕੀ ਹੋਊਗਾ, ਹਮੇਸ਼ਾ ਆਪਣੇ ਕੋਲ ਪੁਆਇੰਟ ਆਬਜੈਕਟ ਹੋਊਗਾ ਜੋ ਆਪਣੇ ਕੋਲ ਕੀ ਹੈ, ਲਾਈ ਕਰ ਰਿਹਾ ਕਿਹਦੇ ਉੱਪਰ, ਪ੍ਰਿੰਸੀਪਲ ਐਕਸਿਸ ਦੇ ਉੱਪਰ। ਦੂਸਰੀ ਚੀਜ਼ ਕੀ ਹੈ ਕਿ ਆਪਣੇ ਕੋਲ ਜੋ ਅਪਰਚਰ ਹੈਗਾ ਰਿਫਰੈਕਟਿੰਗ ਸਰਫੇਸ ਆ ਉਹਨੂੰ ਆਪਾਂ ਕੀ ਕੰਸੀਡਰ ਕਰਕੇ ਚੱਲਣਾ ਕਿ ਅਪਰਚਰ ਕੀ ਹੈਗਾ ਆਪਣਾ ਬਹੁਤ ਜ਼ਿਆਦਾ ਸਮੋਲ। ਅਪਰਚਰ ਕੀ ਹੁੰਦਾ, ਉਹ ਵਾਲਾ ਪਾਰਟ ਲੈਂਸ ਦਾ ਜੀ ਤੋਂ ਆਪਣੇ ਕੋਲ ਰਿਫਰੈਕਸ਼ਨ ਐਕਚੁਅਲ ਦੇ ਵਿੱਚ ਕੀ ਕਰਦੀ ਹੈ, ਅਕਰ ਕਰਦੀ ਹੈ। ਸੋ ਆਹ ਵਾਲੇ ਪਾਰਟ ਤੋਂ ਆਪਣੇ ਕੋਲ ਰਿਫਰੈਕਸ਼ਨ ਅਕਰ ਕਰ ਰਹੀ ਹੈ। ਸੋ ਇਹ ਕੀ ਹੈਗਾ, ਆਪਣੇ ਕੋਲ ਇਹਦਾ ਅਪਰਚਰ ਹੈ। ਉਸ ਤੋਂ ਬਾਅਦ ਜੋ ਵੀ ਆਪਣੇ ਕੋਲ ਕੀ ਹੈ, ਇਨਸੀਡੈਂਟ ਰੇ ਜਾਂ ਰਿਫਰੈਕਟਡ ਰੇ ਐਂਗਲ ਬਣਾਉਗੀ ਉਹ ਆਪਣੇ ਕੋਲ ਆਪਾਂ ਕੰਸੀਡਰ ਕਰਨੇ ਆ ਕਿ ਹੈਗੇ ਆਪਣੇ ਕੋਲ ਸਮੋਲ ਆ। ਸੋ ਇਹ ਕੁਝ ਅਜ਼ੰਪਸ਼ਨਸ ਹੈ ਜਿਹੜੀਆਂ ਆਪਾਂ ਨੂੰ ਲੈ ਕੇ ਚੱਲਣੀਆਂ ਪੈਣਗੀਆਂ। ਸੋ ਸਟਾਰਟ ਕਰਦੇ ਹਾਂ ਆਪਾਂ। ਸੋ ਦੇਖੋ ਆਪਣੇ ਕੋਲ ਕੀ ਹੈਗਾ, ਇੱਕ ਕਨਵੈਕਸ ਰਿਫਰੈਕਟਿੰਗ ਸਰਫੇਸ ਹੈ ਜਿਹਦੇ ਆਊਟਸਾਈਡ ਵਾਲੇ ਪਾਸੇ ਕੀ ਸੀਗਾ, ਆਪਣਾ ਬਲਬ ਸੀਗਾ। ਆ ਕੀ ਹੈਗੀ, ਆਪਣੀ ਪ੍ਰਿੰਸੀਪਲ ਐਕਸਿਸ ਹੈ। ਇਹ ਕੀ ਹੈਗਾ, ਆਪਣਾ ਸੈਂਟਰ ਆਫ ਕਰਵੇਚਰ। ਐਂਡ ਇਹ ਕੀ ਹੈਗਾ, ਆਪਣੇ ਕੋਲ ਪੋਲ ਹੈ। ਹੁਣ ਤੁਹਾਨੂੰ ਪਤਾ ਜਦੋਂ ਵੀ ਆਪਣੇ ਕੋਲ ਆਪਾਂ ਕੀ ਕਰਦੇ ਹਾਂ, ਨਾਰਮਲ ਡਰਾ ਕਰਦੇ ਹਾਂ ਕਿਹਦੇ ਉੱਪਰ, ਇਸ ਰਿਫਰੈਕਟਿੰਗ ਸਰਫੇਸ ਦੇ ਉੱਪਰ। ਉਹ ਨਾਰਮਲ ਹਮੇਸ਼ਾ ਕਿਹਦੇ ਵਿੱਚੋਂ ਪਾਸ ਕਰਦਾ ਹੁੰਦਾ, ਸੈਂਟਰ ਆਫ ਕਰਵੇਚਰ ਦੇ ਵਿੱਚੋਂ ਪਾਸ ਕਰਦਾ ਹੁੰਦਾ। ਸੋ ਇਹ ਕੀ ਹੈ, ਮੈਂ ਨਾਰਮਲ ਡਰਾ ਕਰਿਆ ਕਿਹਦੇ ਉੱਪਰ, ਰਿਫਰੈਕਟਿੰਗ ਸਰਫੇਸ ਦੇ ਉੱਪਰ ਜੋ ਸੈਂਟਰ ਆਫ ਕਰਵੇਚਰ ਦੇ ਵਿੱਚੋਂ ਕੀ ਕਰ ਰਿਹਾ, ਪਾਸ ਕਰ ਰਿਹਾ। ਨਾਓ ਆਪਾਂ ਕੀ ਕਰਦੇ ਹਾਂ, ਇੱਕ ਪੁਆਇੰਟ ਆਬਜੈਕਟ ਕੰਸੀਡਰ ਕਰਦੇ ਹਾਂ ਕਿਹਦੇ ਉੱਪਰ, ਪ੍ਰਿੰਸੀਪਲ ਐਕਸਿਸ ਦੇ ਉੱਪਰ। ਕਿਉਂਕਿ ਆਪਾਂ ਅਜ਼ੰਪਸ਼ਨਸ ਵਿੱਚ ਗੱਲ ਕਰੀ ਸੀ ਕਿ ਆਪਣੇ ਕੋਲ ਜੋ ਆਬਜੈਕਟ ਹੋਊਗਾ ਉਹ ਕੀ ਹੋਊਗਾ, ਪੁਆਇੰਟ ਆਬਜੈਕਟ ਹੋਊਗਾ। ਸੋ ਆਪਣੇ ਕੋਲ ਕੀ ਹੈ, ਸਪੋਜ਼ ਇੱਕ ਪੁਆਇੰਟ ਆਬਜੈਕਟ ਹੈ ਕਿਹਦੇ ਉੱਪਰ ਲਾਈ ਕਰ ਰਿਹਾ, ਉਹ ਪੁਆਇੰਟ ਦੇ ਉੱਪਰ ਕੀ ਕਰ ਰਿਹਾ, ਆਪਣੇ ਕੋਲ ਲਾਈ ਕਰ ਰਿਹਾ ਪ੍ਰਿੰਸੀਪਲ ਐਕਸਿਸ ਦੇ ਉੱਪਰ। ਸੋ ਇਹ ਤੋਂ ਕੀ ਕਰਵਾ ਰਹੇ ਹਾਂ ਆਪਾਂ, ਇੱਕ ਇਨਸੀਡੈਂਟ ਰੇ ਜਿਹੜੀ ਹੈਗੀ ਹੈ ਜਾ ਰਹੀ ਹੈ, ਉਹ ਕੀ ਕਰਦੀ ਹੈ, ਸਪੋਜ਼ ਕਿਸੇ ਪੁਆਇੰਟ ਏ ਦੇ ਉੱਪਰ ਰਿਫਰੈਕਟਿੰਗ ਸਰਫੇਸ ਦੇ ਉੱਪਰ ਕੀ ਕਰਦੀ ਹੈ, ਆਪਣੇ ਕੋਲ ਫॉल ਕਰਦੀ ਹੈ। ਸੋ ਇਨਸੀਡੈਂਟ ਰੇ ਜੋ ਨਾਰਮਲ ਵਾਲਾ ਐਂਗਲ ਬਣਾਉਗੀ ਉਹ ਕੀ ਹੋਊਗਾ, ਆਪਣਾ ਐਂਗਲ ਆਫ ਇਨਸੀਡੈਂਸ ਹੋਊਗਾ। ਨਾਓ ਆਪਾਂ ਕਿੱਧਰੋਂ ਕਿੱਧਰ ਜਾ ਰਹੇ ਹਾਂ, ਰੇਅਰ ਮੀਡੀਅਮ ਟੂ ਡੈਂਸਰ ਮੀਡੀਅਮ। ਸੋ ਜਦੋਂ ਰੇਅਰ ਮੀਡੀਅਮ ਟੂ ਡੈਂਸਰ ਮੀਡੀਅਮ ਜਾਂਦੇ ਤਾਂ ਆਪਣੇ ਕੋਲ ਰੇ ਕਿੱਧਰ ਬੈਂਡ ਹੁੰਦੀ ਹੈ, ਟੂਵਰਡਸ ਦੀ ਨਾਰਮਲ। ਸੋ ਟੂਵਰਡਸ ਦੀ ਨਾਰਮਲ ਰੇ ਕੀ ਹੋਗੀ, ਆਪਣੇ ਕੋਲ ਬੈਂਡ ਹੋਗੀ। ਸੋ ਇੱਥੇ ਪ੍ਰਿੰਸੀਪਲ ਐਕਸਿਸ ਤੇ ਆਪਣੀ ਰਿਫਰੈਕਟਡ ਰੇ ਕੀ ਕਰ ਰਿਹਾ, ਆਪਣੇ ਕੋਲ ਮੀਟ ਕਰ ਰਿਹਾ। ਸੋ ਇੱਥੇ ਆਪਣੀ ਕੀ ਬਣ ਜੂਗੀ, ਫਾਈਨਲ ਇਮੇਜ ਬਣ ਜੂਗੀ ਆਈ। ਕਲੀਅਰ ਹੋ ਗਿਆ। ਸੋ ਕੁਛ ਵੀ ਨਹੀਂ ਕਰਿਆ ਆਪਾਂ ਕੀ ਇੱਕ ਪੁਆਇੰਟ ਆਬਜੈਕਟ ਕੰਸੀਡਰ ਕਰਿਆ ਸੀਗਾ ਪ੍ਰਿੰਸੀਪਲ ਐਕਸਿਸ ਦੇ ਉੱਪਰ, ਜਿੱਤੋਂ ਇੱਕ ਰੇ ਕੀ ਕਰਵਾਈ ਆਪਾਂ, ਇਨਸੀਡੈਂਟ ਕਰਵਾਈ ਹੈ ਕਿਸੇ ਪੁਆਇੰਟ ਏ ਦੇ ਉੱਪਰ। ਹੁਣ ਕਿਉਂਕਿ ਆਪਾਂ ਕੀ ਜਾ ਰਹੇ ਹਾਂ, ਰੇਅਰ ਮੀਡੀਅਮ ਟੂ ਡੈਂਸਰ ਮੀਡੀਅਮ ਜਾ ਰਹੇ ਹਾਂ ਤਾਂ ਟੂਵਰਡਸ ਨਾਰਮਲ ਆਪਣੇ ਕੋਲ ਕੀ ਹੋਗੀ, ਰੇ ਜਿਹੜੀ ਹੈਗੀ ਬੈਂਡ ਹੋਗੀ। ਸੋ ਇੱਥੇ ਪ੍ਰਿੰਸੀਪਲ ਐਕਸਿਸ ਤੇ ਆਪਣੇ ਕੋਲ ਕੀ ਹੈ, ਜੋ ਰਿਫਰੈਕਟਡ ਰੇ ਹੈਗੀ ਮੀਟ ਕਰ ਰਹੀ ਹੈ। ਸੋ ਉੱਥੇ ਆਪਣੇ ਕੋਲ ਕੀ ਬਣ ਜਾਊਗੀ, ਆਪਣੀ ਫਾਈਨਲ ਇਮੇਜ ਬਣ ਜਾਊਗੀ। ਹੁਣ ਆ ਰਿਫਰੈਕਟਡ ਰੇ ਜੋ ਆਪਣੇ ਕੋਲ ਨਾਰਮਲ ਐਂਗਲ ਬਣਾਉਗੀ ਉਹ ਕੀ ਹੋਊਗਾ, ਆਪਣੇ ਕੋਲ ਆਪਣਾ ਐਂਗਲ ਆਫ ਰਿਫਰੈਕਸ਼ਨ ਹੋਊਗਾ। ਕਲੀਅਰ ਹੋ ਗਿਆ, ਬੋਲੋ। ਨਾਓ ਆਪਾਂ ਕੀ ਕਰਦੇ ਹਾਂ, ਕੁਛ ਐਂਗਲ ਜਿਹੜੇ ਹੈਗੇ ਆਪਦੇ ਕੋਲੋਂ ਐਜ਼ਿਊਮ ਕਰਕੇ ਚੱਲਦੇ। ਸੋ ਆਪਣੇ ਕੋਲ ਕੰਸੀਡਰ ਕਰਦੇ ਹਾਂ ਕਿ ਜੋ ਆਪਣਾ ਆਬਜੈਕਟ ਹੈਗਾ ਉਹ ਪ੍ਰਿੰਸੀਪਲ ਐਕਸਿਸ ਦੇ ਨਾਲ ਜੋ ਐਂਗਲ ਬਣਾਉਂਦਾ ਉਹ ਕੀ ਹੈਗਾ, ਆਪਣਾ ਅਲਫਾ। ਜੋ ਆਪਣੀ ਇਮੇਜ ਐਂਗਲ ਬਣਾ ਰਹੀ ਹੈ ਪ੍ਰਿੰਸੀਪਲ ਐਕਸਿਸ ਦੇ ਨਾਲ ਉਹ ਕੀ ਹੈਗਾ, ਆਪਣਾ ਬੀਟਾ। ਐਂਡ ਜੋ ਸੈਂਟਰ ਆਫ ਕਰਵੇਚਰ ਆਪਣੇ ਕੋਲ ਪ੍ਰਿੰਸੀਪਲ ਐਕਸਿਸ ਦੇ ਨਾਲ ਆਪਣੇ ਕੋਲ ਐਂਗਲ ਬਣਾ ਰਿਹਾ ਉਹ ਕੀ ਹੈਗਾ, ਗਾਮਾ। ਸੋ ਇੱਥੇ ਮੈਂ ਲਿਖ ਵੀ ਦੇਣਾ, ਸਪੋਜ਼ ਐਂਗਲ AOP इज इक्वल टू की है अपना अल्फा, AIP की हैगा अपना इमेज एंगल बीटा, एंड ACP की हैगा अपना गामा। कोई दिक्कत वाली गल तो नहीं हैगी। नाउ आपां की करते हैं, ए तो एक परपेंडिकुलर ड्रॉ करते हैं कि ऊपर प्रिंसीपल एक्सिस के ऊपर। सपोज अपने को आप की करें, एक AM परपेंडिकुलर ड्रॉ करें कि ऊपर प्रिंसीपल एक्सिस के ऊपर फ्रॉम पॉइंट ए। नाउ लेट अस ड्रॉ ए परपेंडिकुलर AM from A upon प्रिंसीपल एक्सिस। ਆਪਾਂ ਕੀ ਕਰਿਆ, ਪ੍ਰਿੰਸੀਪਲ ਐਕਸਿਸ ਦੇ ਉੱਪਰ AM ਪਰਪੈਂਡੀਕੂਲਰ ਡਰਾ ਕਰ ਲਿਆ। ਹੁਣ ਦੇਖੋ ਆਪਾਂ ਕਰਾਂਗੇ ਕੁਝ ਟ੍ਰਾਇੰਗਲ ਜਿਹੜੀਆਂ ਹੈਗੀਆਂ ਕੰਸੀਡਰ ਕਰਦੇ ਹਾਂ। ਸੋ ਅਗਰ ਮੈਂ ਟ੍ਰਾਇੰਗਲ ਕੰਸੀਡਰ ਕਰਾਂ ਵਾਲੀ, ਦੇਖੋ ਧਿਆਨ ਨਾਲ, AOC ਟ੍ਰਾਇੰਗਲ।
ਅੱਛਾ ਇਹ ਵਾਲੀਆਂ ਟ੍ਰਾਇੰਗਲ ਜਿਹੜੀਆਂ ਹੈਗੀਆਂ ਧਿਆਨ ਨਾਲ ਦੇਖ ਲਿਓ ਇੱਕ ਵਾਰ। ਅਗਰ ਜਿਹੜਾ ਹੈਗਾ ਤੁਸੀਂ ਇਹੀ ਜਿਹੜਾ ਹੈਗਾ ਹਮੇਸ਼ਾ ਨੋਟੇਸ਼ਨ ਯੂਜ਼ ਕਰੋਗੇ ਦੈਨ ਹਮੇਸ਼ਾ ਜੋ ਵੀ ਪੰਜੋ ਦੇ ਪੰਜੋ ਕੇਸਿਸ ਹੈਗੇ ਆ ਉਹਨਾਂ ਦੇ ਵਿੱਚ ਆਪਣੇ ਕੋਲ ਕੀ ਹੈ ਸੇਮ ਹੀ ਟ੍ਰਾਇੰਗਲ ਕੰਸੀਡਰ ਕਰ ਸਕਦੇ ਹਾਂ। ਕਲੀਅਰ ਹੋ ਗਿਆ। ਸੋ ਕਈ ਵਾਰ ਕਨਫਿਊਜ਼ਨ ਹੋ ਜਾਂਦੀ ਹੈ ਕਿ ਟ੍ਰਾਇੰਗਲ ਆਪਾਂ ਕਿਹੜੀ ਲੈਣੀ ਹੈ। ਸੋ ਅਗਰ ਨੋਟੇਸ਼ਨ ਜਿਹੜੇ ਹੈਗੇ ਇਹੀ ਯੂਜ਼ ਕਰੋਗੇ ਦੈਨ ਆਪਣੇ ਕੋਲ ਕੀ ਹੈ ਜੋ 5 ਦੇ 5 ਕੇਸਿਸ ਹੈਗੇ ਉਹਨਾਂ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਸੇਮ ਟ੍ਰਾਇੰਗਲ ਜਿਹੜੀ ਹੈਗੀ ਕੰਸੀਡਰ ਕਰ ਸਕਦੇ। ਸੋ ਧਿਆਨ ਨਾਲ ਦੇਖੋ ਅਗਰ ਮੈਂ ਟ੍ਰਾਇੰਗਲ ਚੂਜ਼ ਕਰ ਰਿਹਾ ਕਿਹੜੀ ਟ੍ਰਾਇੰਗਲ ਆਪਣੇ ਕੋਲ AOC। ਅਗਰ ਇਸ ਟ੍ਰਾਇੰਗਲ ਨੂੰ ਧਿਆਨ ਨਾਲ ਦੇਖੀਏ ਆਪਾਂ ਇਨ ਟ੍ਰਾਇੰਗਲ AOC ਟ੍ਰਾਇੰਗਲ ਦੇ ਵਿੱਚ ਦੇਖੀਏ ਤਾਂ ਆਪਣੇ ਕੋਲ ਕੀ ਹੈ ਜਦੋਂ ਮੈਂ CA ਨੂੰ ਐਕਸਟੈਂਡ ਕਰਦਾ ਟੂ N ਆਪਣੇ ਕੋਲ ਕੀ ਹੋ ਰਿਹਾ I ਜਿਹੜਾ ਹੈਗਾ ਇਹਦਾ ਕੀ ਬਣ ਰਿਹਾ ਐਕਸਟਰਨਲ ਐਂਗਲ ਬਣ ਰਿਹਾ। ਇਨ ਟ੍ਰਾਇੰਗਲ AOC I ਕੀ ਹੈਗਾ ਆਪਣਾ ਇਸ ਐਕਸਟਰਨਲ ਐਂਗਲ। ਹੁਣ ਅਗਰ ਐਕਸਟਰਨਲ ਐਂਗਲ ਆ ਆਪਾਂ ਕੀ ਹੈ ਛੋਟੇ ਹੁੰਦੇ ਇੱਕ ਪ੍ਰੋਪਰਟੀ ਪੜ੍ਹ ਰੱਖੀ ਹੈ ਕਿ ਐਕਸਟਰਨਲ ਐਂਗਲ ਕੀ ਹੁੰਦਾ ਆਪਣੇ ਕੋਲ ਸਮ ਆਫ ਟੂ ਇੰਟਰਨਲ ਐਂਗਲਸ ਇਕੁਅਲ ਹੁੰਦਾ। ਦਿਸ ਇੰਪਲਾਈਜ਼ I ਇਜ਼ ਇਕੁਅਲ ਟੂ ਕੀ ਹੈਗਾ ਆਪਣਾ ਅਲਫਾ। ਦੂਸਰਾ ਐਂਗਲ ਕੀ ਹੈਗਾ ਇਸ ਟ੍ਰਾਇੰਗਲ ਦੇ ਵਿੱਚ ਗਾਮਾ ਦੇ ਇਕੁਅਲ ਆ ਗਿਆ। ਬੋਲੋ ਕਲੀਅਰ ਹੋ ਗਿਆ। ਸਪੋਜ਼ ਇਹ ਕੀ ਹੈਗੀ ਆਪਣੀ ਫਸਟ ਇਕੁਏਸ਼ਨ ਆ। ਨਾਓ ਪੈਰਲਲੀ ਦੂਸਰੀ ਟ੍ਰਾਇੰਗਲ ਆਪਾਂ ਕੀ ਕਰਦੇ ਹਾਂ ਕੰਸੀਡਰ ਕਰਦੇ ਹਾਂ। ਹੁਣ ਦੂਸਰੀ ਟ੍ਰਾਇੰਗਲ ਕਿਹੜੀ ਕੰਸੀਡਰ ਕਰੋਗੇ ਦੇਖੋ ਹੁਣ ਦੂਸਰੀ ਟ੍ਰਾਇੰਗਲ ਆਪਾਂ ਜਿਹੜੀ ਹੈਗੀ ਲੈਣੀ ਹੈ ਕਿਹੜੀ ਲੈ ਰਹੇ ਆਪਾਂ ACI ਟ੍ਰਾਇੰਗਲ ਲੈ ਰਹੇ। ਸੋ ਇਨ ਟ੍ਰਾਇੰਗਲ ACI ਅਗਰ ACI ਟ੍ਰਾਇੰਗਲ ਨੂੰ ਆਪਾਂ ਧਿਆਨ ਨਾਲ ਦੇਖਦੇ ਹਾਂ ਇਹਦੇ ਵਿੱਚ ਕੀ ਕਰਦੇ ਹਾਂ ਆਪਾਂ CP ਦੇ ਅਲੋਂਗ ਜਿਹੜਾ ਹੈਗਾ CI ਨੂੰ ਜਦੋਂ ਆਪਾਂ ਐਕਸਟੈਂਡ ਕਰਦੇ ਹਾਂ ਗਾਮਾ ਕੀ ਬਣ ਰਿਹਾ ਐਕਸਟਰਨਲ ਐਂਗਲ ਬਣ ਰਿਹਾ। ਸੋ ਇਨ ACI ਟ੍ਰਾਇੰਗਲ ਆਪਣੇ ਕੋਲ ਕੀ ਹੈਗਾ ਗਾਮਾ ਇਜ਼ ਐਕਸਟਰਨਲ ਐਂਗਲ। ਸੋ ਅਗਰ ਗਾਮਾ ਐਕਸਟਰਨਲ ਐਂਗਲ ਹੈਗਾ ਸੋ ਆਪਣੇ ਕੋਲ ਕੀ ਹੋ ਜਾਊਗਾ ਗਾਮਾ ਇਜ਼ ਇਕੁਅਲ ਟੂ ਕੀ ਆ ਜਾਊਗਾ ਸਮ ਆਫ ਟੂ ਇੰਟਰਨਲ ਐਂਗਲ ਕਿਹੜੇ ਕਿਹੜੇ ਆਪਣੇ ਕੋਲ ਇੱਥੇ ਕੀ ਹੈ ਗਾਮਾ ਆਰ ਨਾਲ ਜਿਹੜਾ ਹੈਗਾ ਸਿਮਿਲਰ ਥੋੜਾ ਜਿਹਾ। ਸੋ ਮੈਂ ਇਹਨੂੰ ਕੀ ਕਰਦਾ ਥੋੜਾ ਜਿਹਾ ਸਿੰਬਲ ਇਹਦਾ ਚੇਂਜ ਕਰ। ਸੋ ਗਾਮਾ ਇਜ਼ ਇਕੁਅਲ ਟੂ ਕੀ ਹੋ ਜਾਊਗਾ ਆਪਣੇ ਕੋਲ ਸਮ ਆਫ ਟੂ ਇੰਟਰਨਲ ਐਂਗਲ ਮਤਲਬ ਐਂਗਲ ਆਫ ਰਿਫਰੈਕਸ਼ਨ ਪਲੱਸ ਕੀ ਹੋ ਜਾਊਗਾ ਆਪਣੇ ਕੋਲ ਬੀਟਾ। ਇਹ ਤੋਂ ਆਪਾਂ ਨੂੰ ਕਿਹਦੀ ਵੈਲਿਊ ਚਾਹੀਦੀ ਹੈ ਐਂਗਲ ਆਫ ਰਿਫਰੈਕਸ਼ਨ ਦੀ। ਸੋ ਐਂਗਲ ਆਫ ਰਿਫਰੈਕਸ਼ਨ ਆਪਣੇ ਕੋਲ ਕਿਹਦੇ ਇਕੁਅਲ ਆ ਜਾਊਗਾ ਗਾਮਾ ਮਾਈਨਸ ਕੀ ਆ ਜਾਊਗਾ ਬੀਟਾ। ਸਪੋਜ਼ ਇਹ ਕੀ ਹੈਗੀ ਆਪਣੇ ਕੋਲ ਸੈਕੰਡ ਇਕੁਏਸ਼ਨ। ਕਲੀਅਰ ਹੋ ਗਿਆ ਇੱਥੋਂ ਤੱਕ। ਹੁਣ ਆਪਾਂ ਕੀ ਕਰਨਾ ਸਨੈਲ ਲਾਅ ਅਪਲਾਈ ਕਰਨਾ। ਨਾਓ ਵੀ ਨੋ ਅਕੋਰਡਿੰਗ ਟੂ ਸਨੈਲਸ ਲਾਅ ਕੀ ਪੜਿਆ ਸੀ ਆਪਾਂ ਸਾਈਨ ਆਫ ਐਂਗਲ ਆਫ ਇਨਸੀਡੈਂਸ ਅਪੋਨ ਸਾਈਨ ਆਫ ਐਂਗਲ ਆਫ ਰਿਫਰੈਕਸ਼ਨ ਆਪਣੇ ਕੋਲ ਕਿਹਦੇ ਇਕੁਅਲ ਹੁੰਦਾ μ2 ਅਪੋਨ ਕੀ ਹੁੰਦਾ μ1 ਦੇ ਇਕੁਅਲ ਹੁੰਦਾ। ਇਹ ਚੀਜ਼ ਆਪਾਂ ਪੜ੍ਹ ਰੱਖੀ ਹੈ। μ2 ਕੀ ਹੈਗਾ ਆਪਣਾ ਰਿਫਰੈਕਟਿਵ ਇੰਡੈਕਸ ਆਫ ਡੈਂਸਰ ਮੀਡੀਅਮ ਐਂਡ μ1 ਕੀ ਹੈਗਾ ਰਿਫਰੈਕਟਿਵ ਇੰਡੈਕਸ ਆਫ ਰੇਅਰ ਮੀਡੀਅਮ। ਸਿੰਸ ਐਂਗਲਸ ਆਰ ਸਮॉल ਆਪਾਂ ਅਜ਼ੰਪਸ਼ਨਸ ਦੇ ਵਿੱਚ ਗੱਲ ਕਰੀ ਸੀ ਕਿ ਜੋ ਆਪਣੇ ਕੋਲ ਕੀ ਇਨਸੀਡੈਂਟ ਰੇਜ਼ ਰਿਫਰੈਕਟਡ ਰੇ ਐਂਗਲ ਬਣਾਉਗੀ ਉਹ ਕੀ ਹੋ ਗਿਆ ਆਪਣੇ ਕੋਲ ਸਮॉल ਐਂਗਲਸ ਹੋਣਗੇ। ਸੋ ਸਿੰਸ ਐਂਗਲਸ ਆਰ ਸਮॉल ਕਿਉਂਕਿ ਐਂਗਲਸ ਆਪਣੇ ਕੋਲ ਕੀ ਹੈ ਸਮॉल ਆਪਾਂ ਕੰਸੀਡਰ ਕਰੇ ਆ। ਸੋ ਸਾਈਨ ਆਫ ਐਂਗਲ ਆਫ ਇਨਸੀਡੈਂਸ ਨੂੰ ਮੈਂ ਕੀ ਲਿਖ ਸਕਦਾ I ਲਿਖ ਸਕਦਾ ਸਿਰਫ ਐਂਡ ਸਾਈਨ ਆਫ ਐਂਗਲ ਆਫ ਰਿਫਰੈਕਸ਼ਨ ਨੂੰ ਆਪਾਂ ਕੀ ਲਿਖ ਸਕਦੇ ਹਾਂ ਸਿਰਫ R ਲਿਖ ਸਕਦੇ ਹਾਂ। ਦਿਸ ਇੰਪਲਾਈਜ਼ I अपॉन R इज इक्वल टू क्या गया μ2 अपॉन μ1 ਦੇ ਇਕੁਅਲ ਆ ਗਿਆ। क्रॉस मल्टीप्लाई करोगे सो ਕੀ ਆ ਜਾਊਗਾ μ1 इंटू ਕੀ ਆ ਗਿਆ I इज इक्वल टू μ2 इंटू ਕੀ ਆ ਗਿਆ R। ਨਾਓ ਫਰੋਮ 1 ਐਂਡ 2 ਜੋ ਆਪਾਂ ਕੀ ਇਕੁਏਸ਼ਨਸ ਬਣਾਈਆਂ ਸੀਗੀਆਂ ਐਂਗਲ ਆਫ ਇਨਸੀਡੈਂਸ ਤੇ ਐਂਗਲ ਆਫ ਰਿਫਰੈਕਸ਼ਨ ਦੀ ਵੈਲਿਊ ਆਪਾਂ ਕੱਢੀ ਸੀ ਉਹ ਇੱਥੇ ਕੀ ਕਰਦੇ ਪੁੱਟ ਕਰਦੇ। ਨਾਓ ਫਰੋਮ 1 ਐਂਡ 2 μ1 इंटू एंगल ऑफ इंसिडेंस की वैल्यू कितनी है सी अपनी अल्फा प्लस की है सी गामा इज इक्वल टू μ2 इंटू एंगल ऑफ रिफ्रैक्शन की वैल्यू कितनी है सी अपनी गामा माइनस की है सी बीटा। क्लीयर होगी जी। ਹੁਣ ਆਪਾਂ ਕੀ ਕਰਨੇ ਆ ਅਲਫਾ ਬੀਟਾ ਐਂਡ ਗਾਮਾ ਦੀਆਂ ਵੈਲਿਊਜ਼ ਕੀ ਕਰਨੀਆਂ ਫਾਈਂਡ ਆਊਟ ਕਰਨੀ। ਸੋ ਮੈਂ ਕੀ ਕਰਦਾ ਦੁਬਾਰਾ ਇੱਕ ਇਸ ਫਿਗਰ ਜਿਹੜੀ ਹੈਗੀ ਧਿਆਨ ਨਾਲ ਦੇਖੀਏ ਅਗਰ ਆਪਾਂ ਸੋ ਇੱਥੇ ਬਣਾ ਲੈਂਦੇ ਸਾਈਡ ਤੇ ਆਪਾਂ ਆਪਣੇ ਕੋਲ ਕੀ ਸੀਗੀ ਪ੍ਰਿੰਸੀਪਲ ਐਕਸਿਸ ਇੱਥੇ ਕੀ ਸੀਗਾ ਆਪਣੇ ਕੋਲ ਆਪਾਂ ਲਿਆ ਕਨਵੈਕਸ ਸਫੈਰੀਕਲ ਸਰਫੇਸ ਸੀਗਾ ਨਾਰਮਲ ਜੋ ਕੀ ਕਰ ਰਿਹਾ ਸੀਗਾ ਸੈਂਟਰ ਆਫ ਕਰਵੇਚਰ ਦੇ ਵਿੱਚੋਂ ਪਾਸ ਕਰ ਰਿਹਾ ਸੀਗਾ। ਇੱਥੇ ਕੀ ਹੈ ਕੋਈ ਪੁਆਇੰਟ ਆਬਜੈਕਟ ਲਾਈ ਕਰ ਰਿਹਾ ਸੀ ਜਦੋਂ ਆਪਣੇ ਕੋਲ ਆਪਾਂ ਇਨਸੀਡੈਂਟ ਰੇ ਜਿਹੜੀ ਹੈਗੀ ਹੈ ਸਟ੍ਰਾਈਕ ਕਰਵਾਈ ਕਿਹਦੇ ਉੱਪਰ ਆਪਣੇ ਰਿਫਰੈਕਟਿੰਗ ਸਰਫੇਸ ਦੇ ਉੱਪਰ ਆ ਐਂਗਲ ਆਫ ਇਨਸੀਡੈਂਸ ਕਿਉਂਕਿ ਆਪਾਂ ਰੇਅਰ ਟੂ ਡੈਂਸਰ ਮੀਡੀਅਮ ਜਾ ਰਹੇ ਹਾਂ ਟੂਵਰਡਸ ਅ ਨਾਰਮਲ ਲਾਈਟ ਕੀ ਹੋ ਗਈ ਸੀ ਬੈਂਡ।
ਸੋ ਇੱਥੇ ਆਪਣੀ ਫਾਈਨਲ ਇਮੇਜ ਬਣ ਗਈ ਸੀਗੀ, ਐਂਗਲ ਆਫ ਰਿਫਰੈਕਸ਼ਨ ਸੀਗਾ ਆਪਣਾ ਇਮੇਜ ਐਂਗਲ ਬੀਟਾ, ਗਾਮਾ ਇਹ ਕੀ ਸੀਗਾ ਆਪਣਾ ਅਲਫਾ, ਇਹ ਕੀ ਹੈਗਾ ਆਪਣਾ ਪੋਲ। ਕਲੀਅਰ ਹੋ ਗਿਆ, ਇਹ ਚੀਜ਼ ਸੀਗੀ। ਇਹ ਤੋਂ ਆਪਾਂ ਕੀ ਕਰਿਆ ਸੀਗਾ, ਏ ਪੁਆਇੰਟ ਕੰਸੀਡਰ ਕਰਿਆ ਸੀ, ਅਤੇ ਇਹ ਤੋਂ ਆਪਾਂ ਪਰਪੈਂਡੀਕੂਲਰ ਏ ਐਮ ਕੀ ਕਰਿਆ ਸੀਗਾ, ਬਣਾਇਆ ਸੀਗਾ। ਨਾਓ ਆਪਾਂ ਨੂੰ ਵੈਲਿਊ ਚਾਹੀਦੀ ਹੈ ਕਿਹਦੀ, ਅਲਫਾ ਬੀਟਾ ਐਂਡ ਗਾਮਾ ਦੀ। ਅਗਰ ਆਪਣੇ ਕੋਲ ਆਪਾਂ ਕੰਸੀਡਰ ਕਰੀਏ ਕਿ ਅਲਫਾ ਬੀਟਾ ਐਂਡ ਗਾਮਾ ਕੀ ਹੈਗੇ ਆਪਣੇ ਕੋਲ ਸਮੋਲ ਹੈ, ਕੰਸੀਡਰ ਅਲਫਾ ਬੀਟਾ ਐਂਡ ਗਾਮਾ ਆਰ small angles, thus ਥੀਟਾ ਆਪਾਂ ਨੂੰ ਪਤਾ ਕਿਹਦੇ ਇਕੁਅਲ ਹੁੰਦਾ, ਥੀਟਾ ਕੀ ਹੁੰਦਾ ਆਪਾਂ ਵੈਲਿਊ ਪੜ੍ਹੀ ਹੈ ਜਦੋਂ ਵੀ ਆਪਣੇ ਕੋਲ ਆਪਾਂ ਕੀ ਕਰਦੇ ਹਾਂ ਕੋਈ ਸਰਕਲ ਕੰਸੀਡਰ ਕਰਦੇ ਹਾਂ, ਉਹਦੇ ਵਿੱਚ ਆਪਣੇ ਕੋਲ ਕੀ ਛੋਟੀ ਟ੍ਰਾਇੰਗਲ ਬਣਦੀ ਹੁੰਦੀ ਹੈ, ਉਹਦੇ ਵਿੱਚ ਆਪਣੇ ਕੋਲ ਕੀ ਆਪਾਂ ਥੀਟਾ ਐਂਗਲ ਲੈਂਦੇ ਹੁੰਦੇ, ਕਿਹਦੇ ਇਕੁਅਲ ਹੁੰਦਾ ਹਮੇਸ਼ਾ ਆਰਕ ਅਪੋਨ ਰੇਡੀਅਸ ਦੇ ਇਕੁਅਲ ਹੁੰਦਾ। ਸੋ ਵਾਲਾ ਫਾਰਮੂਲਾ ਵੀ ਯੂਜ਼ ਕਰ ਸਕਦੇ ਜਾਂ ਆਪਣੇ ਕੋਲ ਕੀ ਹੈ ਕਿਉਂਕਿ ਐਂਗਲ ਸਮੋਲ ਹੈਗਾ ਟੈਨ ਥੀਟਾ ਦੇ ਥਰੂ ਵੀ ਵੈਲਿਊਜ਼ ਕੀ ਕਰ ਸਕਦੇ ਫਾਈਂਡ ਆਊਟ ਕਰ ਸਕਦੇ। ਟੈਨ ਨੂੰ ਇਗਨੋਰ ਕਰ ਦੋਗੇ, ਥੀਟਾ ਦੀ ਵੈਲਿਊ ਆ ਜੋ ਕਿ ਆਪਣੇ ਕੋਲ ਕੀ ਹੁੰਦੀ ਹੈ ਪਰਪੈਂਡੀਕੂਲਰ ਅਪੋਨ ਬੇਸ। ਸੋ ਇੱਥੇ ਆਪਾਂ ਹੀ ਕਰਦੇ ਹਾਂ ਥੀਟਾ ਯੂਜ਼ ਕਰਦੇ ਹਾਂ, ਆਪਣੇ ਕੋਲ ਥੀਟਾ ਇਜ਼ ਇਕੁਅਲ ਟੂ ਕੀ ਹੁੰਦਾ ਆਰਕ ਅਪੋਨ ਰੇਡੀਅਸ ਆਪਣੇ ਕੋਲ ਕੀ ਯੂਜ਼ ਕਰਦੇ ਹਾਂ। ਸੋ ਇਸ ਕੇਸ ਦੇ ਵਿੱਚ ਅਗਰ ਆਪਣੇ ਕੋਲ ਦਿਸ ਇੰਪਲਾਈਜ਼ ਅਲਫਾ ਦੀ ਵੈਲਿਊ ਕਿਹਦੇ ਇਕੁਅਲ ਆ ਜਾਊਗੀ, ਦੇਖੋ ਆਰ ਕੀ ਹੈਗੀ ਹੈ ਆਪਣੀ ਏ ਐਮ ਅਪੋਨ ਕੀ ਹੋਗਾ ਬੇਸ ਕੀ ਹੈਗਾ ਆਪਣਾ ओ एम, रेडियस की होगा अपने को ओ एम होगा, आर्क की होगी अपनी ए एम होगी। अल्फा इज इक्वल टू किया गया ए एम अपॉन किया गया ओ एम आ गया इन ट्राइंगल ए एम ओ। नाउ सिमिलरली बीटा इज इक्वल टू की होगा, देखो बीटा अपने को कि ट्राइंगल जो कढोगे ए एम आई ट्राइंगल दे विच बीटा फाइंड आउट करोगे, आर्क की हैगी अपनी ए एम अपॉन रेडियस की आ जाऊगा अपना एम आई। एंड सिमिलरली गामा इज इक्वल टू की होगा, देखो गामा किहड़ी ट्रायंगल दे विचों कढोगे ए एम सी दे विचों। सो की होगा आर की हैगी अपनी ए एम एंड बेस की हैगा अपना एम सी। क्लीयर हो गया। सो अल्फा बीटा गामा दी वैल्यूज सपोज आ की सी अपनी थर्ड इक्वेशन हैगी, थर्ड इक्वेशन दे विच की करते हैं पुट करते हैं, पुट वैल्यूज ऑफ अल्फा बीटा एंड गामा इन इक्वेशन। अगर थर्ड इक्वेशन के पुट करोगे दैन की आ जाऊगा अपने को म्यू वन इंटू अल्फा की जगह से की है गया ए एम अपॉन किया गया ओ एम प्लस गामा की जगह से की आऊगा ए एम अपॉन एम सी इज इक्वल टू म्यू टू इंटू गामा की जगह से ए एम अपॉन एम सी माइनस बीटा की जगह से ए एम अपॉन की आएगा अपने को एम आई। नाउ ए एम इधरों भी कॉमन निकले इधरों भी कॉमन निकले, सो ए एम अपने को कॉमन कर लिया, बाकी की रह गया म्यू वन इंटू की आ जाऊगा अपने को वन अपॉन ओ एम प्लस वन अपॉन एम सी इज इक्वल टू इधरों भी ए एम कॉमन निकल रहा, सो म्यू टू वन अपॉन एम सी माइनस वन अपॉन किया गया एम आई। ए एम नाल ए एम अपना कट गया। नाउ देखो आप की कर रहे कंसिडर कर रहे कि अपर्चर की है अपना स्मॉल है, सिंस इतने साइड पे लिख रहे हैं सिंस अपर्चर इज स्मॉल, क्योंकि अपर्चर स्मॉल आप कंसिडर करें कि जो एम पॉइंट है वो की है बहुत ज़्यादा क्लोज है कि पी पॉइंट दे, सो एम इज वेरी क्लोज टू पी। अगर एम अपने कोल की है पी दे बहुत ज़्यादा क्लोज है दैन जिथे जिथे अपने कोल की एम है उन्होंने आप की कर सकते हैं रिप्लेस कर सकते हैं कि अपने कोल की है पी दे नाल। दिस इंप्लाइज अपने कोल वैल्यू की आ जाएगी, देखो म्यू वन इंटू वन अपॉन की सीगा ओ एम की जगह से की आ जाएगा अपने को ओ पी प्लस वन अपॉन की आ जाएगा अपने को एम सी की जगह से की आ जाएगा पी सी इज इक्वल टू म्यू टू इंटू वन अपॉन की सीगा अपने को एम सी, सो वन अपॉन किया गया पी सी माइनस वन अपॉन की सीगा एम आई, सो वन अपॉन किया गया पी आई। क्लीयर होगी जी, क्योंकि अपर्चर की सीगा अपने को स्मॉल सीगा, सो आप की करें एम जोड़ा है आपको पता बहुत ज़्यादा क्लोज लाई करूँगा कि पी दे, सो अपने को जिथे जिथे एम सी उन्होंने आप कि रिप्लेस करता पी दे नाल रिप्लेस करता। नो आप की करेंगे साइन ऑफ कन्वेंशन अप्लाई करने सिंपली। सो देखो आपको पता सारे दे सारे डिस्टेंस आप की तो मैजर करने पोल तो मैजर करने, सो ओ पी अपने कोल की है अपना ऑब्जेक्ट डिस्टेंस, पी तो लैके सी तक का जो अपने को डिस्टेंस है वो की होता अपना रेडियस ऑफ कर्वेचर,
ਐਂਡ P ਤੋਂ ਲੈ ਕੇ I ਤੱਕ ਦਾ ਜੋ ਡਿਸਟੈਂਸ ਹੋਊਗਾ ਉਹ ਕੀ ਹੋਊਗਾ ਆਪਣਾ ਇਮੇਜ ਡਿਸਟੈਂਸ ਸਮਾਲ v ਦੇ ਨਾਲ ਆਪਾਂ ਕੀ ਕਰਦੇ ਹਾਂ ਰਿਪਰੈਜ਼ੈਂਟ ਕਰਦੇ ਹਾਂ। ਸੋ ਉਹ P ਆਪਣੇ ਕੋਲ ਕੀ ਹੋਊਗਾ ਆਬਜੈਕਟ ਡਿਸਟੈਂਸ, PC ਆਪਣੇ ਕੋਲ ਕੀ ਹੋਊਗਾ ਆਪਣਾ ਰੇਡੀਅਸ ਆਫ ਕਰਵੇਚਰ ਐਂਡ PI ਆਪਣੇ ਕੋਲ ਕੀ ਹੋਊਗਾ ਇਮੇਜ ਡਿਸਟੈਂਸ। ਐਂਡ ਦੂਸਰੀ ਚੀਜ਼ ਆਪਣੇ ਕੋਲ ਆਪਾਂ ਕੀ ਕਰਾਂਗੇ ਸਾਈਨ ਆਫ ਕਨਵੈਨਸ਼ਨ ਜਿਹੜੇ ਹੈਗੇ ਅਪਲਾਈ ਕਰਾਂਗੇ ਧਿਆਨ ਨਾਲ। ਸੋ ਦੇਖੋ ਕੀ ਆ ਜਾਊਗਾ ਆਪਣੇ ਕੋਲ μ1 ਅਪੋਨ 1 ਅਪੋਨ ਕੀ ਸੀਗਾ ਆਪਣਾ OP। ਹੁਣ ਦੇਖੋ ਸਾਰੇ ਦੇ ਸਾਰੇ ਡਿਸਟੈਂਸ ਆਪਾਂ ਕੀ ਕਰਨੇ ਆ ਪੋਲ ਤੋਂ ਮੈਜ਼ਰ ਕਰਨੇ। ਹੁਣ ਪੋਲ ਤੋਂ ਆਪਾਂ ਕਿੱਧਰ ਜਾ ਰਹੇ ਹਾਂ ਲੈਫਟ ਸਾਈਡ ਜਾ ਰਹੇ ਹਾਂ, ਕਲੀਅਰ ਹੋ ਗਿਆ। ਬਟ ਰੇਜ਼ ਆਪਣੀਆਂ ਕਿੱਧਰ ਜਾ ਰਹੀਆਂ ਸੀਗੀਆਂ ਰਾਈਟ ਸਾਈਡ ਵਾਲੇ ਪਾਸੇ, ਉਸ ਓਪੋਜ਼ਿਟ ਡਾਇਰੈਕਸ਼ਨ 'ਚ ਜਾ ਰਹੇ। ਸੋ ਆਪਣੇ ਕੋਲ ਕੀ ਹੋਊਗਾ -u ਪਲੱਸ 1 ਅਪੋਨ PC ਕਿੱਧਰ ਹੈਗਾ ਆਪਣੇ ਕੋਲ ਜਿੱਧਰ ਆਪਣੇ ਕੋਲ ਕੀ ਹੈ ਰੇ ਇੰਸੀਡੈਂਟ ਕਰਵਾਈ ਹੈ ਉਧਰ ਹੀ ਆਪਣੇ ਕੋਲ ਲੈ ਰਹੇ ਹਾਂ। ਸੋ 1 ਅਪੋਨ ਕੀ ਆ ਜਾਏਗਾ R ਇਜ਼ ਇਕਲ ਟੂ μ2 ਇੰਟੂ 1 ਅਪੋਨ ਕੀ ਹੈਗਾ ਆਪਣੇ ਕੋਲ PC। ਸੋ 1 ਅਪੋਨ ਕੀ ਹੈਗਾ R ਮਾਈਨਸ 1 ਅਪੋਨ ਕੀ ਹੈਗਾ PI ਵੀ ਆਪਣੇ ਕੋਲ ਕੀ ਹੈ ਦੇਖੋ ਇਮੇਜ ਵੀ ਉਧਰ ਹੀ ਬਣੀ ਹੈ ਜਿੱਧਰ ਆਪਾਂ ਕੀ ਕਰਵਾਈਏ ਰੇ ਇੰਸੀਡੈਂਟ ਕਰਵਾਈਏ। ਸੋ 1 ਅਪੋਨ ਕੀ ਆ ਜਾਏਗਾ V। ਕਲੀਅਰ ਹੋ ਗਿਆ। ਹੁਣ ਥੋੜਾ ਇਹਨੂੰ ਆਪਾਂ ਕੀ ਕਰਦੇ ਹਾਂ ਸੋਲਵ ਕਰਕੇ ਲਿਖਦੇ ਹਾਂ। ਸੋ ਦੇਖੋ ਆਪਣੇ ਕੋਲ ਕੀ ਹੈਗਾ μ1 1 ਅਪੋਨ ਕੀ ਆਇਆ ਸੀਗਾ -u ਪਲੱਸ 1 ਅਪੋਨ ਕੀ ਆਇਆ ਸੀਗਾ R ਇਜ਼ ਇਕਲ ਟੂ μ2 ਇੰਟੂ 1 ਅਪੋਨ R ਮਾਈਨਸ ਕੀ ਆਇਆ ਸੀ 1 ਅਪੋਨ V ਆਇਆ ਸੀ। ਮਿਊ ਨੂੰ ਆਪਣੇ ਕੋਲ ਅੰਦਰ ਮਲਟੀਪਲਾਈ ਕਰ ਦੇਣਾ। ਸੋ ਕੀ ਆ ਜਾਏਗਾ μ1 ਅਪੋਨ -u ਪਲੱਸ μ1 ਅਪੋਨ R ਇਜ਼ ਇਕਲ ਟੂ ਕੀ ਆ ਜਾਏਗਾ μ2 ਅਪੋਨ R ਮਾਈਨਸ ਕੀ ਆ ਜਾਏਗਾ μ2 ਅਪੋਨ V। ਨਾਓ R ਵਾਲੇ ਆਪਾਂ ਇੱਕ ਸਾਈਡ ਕਰ ਲੈਣੇ ਐਂਡ ਦੂਸਰੇ ਆਪਾਂ ਇੱਕ ਸਾਈਡ ਕਰ ਲੈਣੇ। ਸੋ ਕੀ ਆ ਜਾਏਗਾ μ1 ਅਪੋਨ -u ਪਲੱਸ μ2 ਅਪੋਨ V ਇਜ਼ ਇਕਲ ਟੂ ਕੀ ਆ ਜਾਏਗਾ μ2 ਅਪੋਨ R ਇੱਧਰ ਹੀ ਸੀਗਾ ਇਹਨੂੰ ਇੱਧਰ ਲੈ ਕੇ ਆਉਂਗੇ ਕੀ ਹੋ ਜਾਊਗਾ ਮਾਈਨਸ। ਸੋ μ1 ਅਪੋਨ ਕੀ ਆ ਗਿਆ R ਕਾਮਨ ਕੱਢੋਗੇ ਐਲਸੀਐਮ ਲਾਉਂਗੇ। ਸੋ ਕੀ ਆ ਜਾਏਗਾ μ2 ਮਾਈਨਸ μ1 ਇੱਧਰ ਕੀ ਆ ਗਿਆ μ1 ਅਪੋਨ -u ਪਲੱਸ μ2 ਅਪੋਨ ਕੀ ਆ ਗਿਆ ਆਪਣੇ ਕੋਲ V। ਸੋ ਇਹ ਕੀ ਹੁੰਦਾ ਆਪਣੇ ਕੋਲ ਫਾਰਮੂਲਾ ਆ ਜਾਂਦਾ ਕਿਹਦੇ ਵਾਸਤੇ ਫॉर ਰਿਫਰੈਕਸ਼ਨ ਥਰੂ ਕਨਵੈਕਸ ਰਿਫਰੈਕਟਿੰਗ ਸਰਫੇਸ। ਜਦੋਂ ਆਪਣੇ ਕੋਲ ਕੀ ਆਬਜੈਕਟ ਰੇਅਰ ਮੀਡੀਅਮ ਦੇ ਵਿੱਚ ਪਿਆ ਐਂਡ ਇਮੇਜ ਜਿਹੜੀ ਹੈਗੀ ਉਹ ਕੀ ਆਪਣੇ ਕੋਲ ਡੈਂਸਰ ਮੀਡੀਅਮ ਦੇ ਵਿੱਚ ਬਣ ਰਹੀ ਹੈ ਐਂਡ ਆਪਣੇ ਕੋਲ ਕੀ ਹੈ ਰੀਅਲ ਬਣ ਰਹੀ। ਸੋ ਸਾਰੇ ਦੇ ਸਾਰੇ ਕੇਸਿਸ ਜਿਹੜੇ ਹੈਗੇ ਉਹ ਸਿਮਿਲਰ ਹੀ ਹੈ। ਸੋ ਬਹੁਤ ਜ਼ਿਆਦਾ ਜਿਹੜਾ ਹੈਗਾ ਆਪਣੇ ਕੋਲ ਕੀ ਹੈ ਕੰਪਲੀਕੇਟ ਕਰਨ ਦੀ ਲੋੜ ਨਹੀਂ ਹੈਗੀ ਚੀਜ਼ਾਂ ਨੂੰ। ਮੈਂ ਤੁਹਾਨੂੰ ਦੱਸਿਆ ਅਗਰ ਆਪਣੇ ਕੋਲ ਕੀ ਇਹਦੇ ਵਿੱਚ ਮੇਨ ਚੀਜ਼ ਜਿਹੜੀ ਧਿਆਨ ਦੇ ਵਿੱਚ ਰੱਖਣ ਵਾਲੀ ਹੈਗੀ ਉਹ ਕੀ ਹੈਗੀ ਆਪਣੇ ਕੋਲ ਇੱਕ ਤਾਂ ਫਿਗਰ ਧਿਆਨ ਦੇ ਵਿੱਚ ਰੱਖਣੀ ਹੈ, ਇੱਕ ਆਪਣੇ ਕੋਲ ਕੀ ਹੈ ਨੋਟੇਸ਼ਨਸ ਅਗਰ ਇਹੀ ਯੂਜ਼ ਕਰਦੇ ਤਾਂ ਹਮੇਸ਼ਾ ਆਪਣੇ ਕੋਲ ਕੀ ਹੈ ਟ੍ਰਾਇੰਗਲ ਤੁਸੀਂ ਉਹੀ ਲਓਗੇ ਦੋ। ਕਲੀਅਰ ਹੋ ਗਿਆ। ਸੋ ਅਗਰ ਤੁਹਾਨੂੰ ਇੱਕ ਚੀਜ਼ ਸਮਝ ਆ ਜਾਂਦੀ ਹੈ ਦੈਨ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਆਪਣੇ ਕੋਲ ਕੀ ਹੈ ਬਹੁਤ ਜ਼ਿਆਦਾ ਈਜ਼ੀ ਹੈਗੀਆਂ, ਬਹੁਤ ਜ਼ਿਆਦਾ ਸਮਝਣ ਵਾਲਾ ਇਹਦੇ ਵਿੱਚ ਕੁਝ ਨਹੀਂ ਹੈਗਾ। ਨਾਓ ਅਗੇਨ ਆਪਾਂ ਕੀ ਕਰਨ ਲੱਗੇ ਰਿਫਰੈਕਸ਼ਨ ਜਿਹੜੀ ਕਿ ਚੈੱਕ ਕਰਨ ਲੱਗੇ ਹਾਂ ਕਿਹਦੇ ਵਾਸਤੇ ਫॉर ਫਰੋਮ ਰੀਅਰ ਟੂ ਡੈਂਸਰ ਮੀਡੀਅਮ ਫॉर ਕਨਵੈਕਸ ਸਫੈਰੀਕਲ ਸਰਫੇਸ। ਜਦੋਂ ਆਪਣੇ ਕੋਲ ਕੀ ਹੈ ਵਰਚੁਅਲ ਇਮੇਜ ਬਣੂਗੀ ਮਤਲਬ ਆਪਣੇ ਕੋਲ ਉਸੇ ਦਾ ਹੀ ਕੀ ਆ ਜਾਂਦਾ ਕੇਸ ਬੀ ਆ ਜਾਂਦਾ ਕਨਵੈਕਸ ਰਿਫਰੈਕਟਿੰਗ ਸਰਫੇਸ ਦਾ। ਜਦੋਂ ਆਪਣੇ ਕੋਲ ਕੀ ਹੈਗਾ ਆਪਾਂ ਰੇਅਰ ਟੂ ਡੈਂਸਰ ਗੱਲ ਕਰਾਂਗੇ ਮਤਲਬ ਆਬਜੈਕਟ ਆਪਣੇ ਕੋਲ ਰੇਅਰ ਮੀਡੀਅਮ 'ਚ ਹੋਊਗਾ ਇਮੇਜ ਆਪਣੀ ਕੀ ਬਣੂਗੀ ਇਮੇਜ। ਨਾਓ ਇਸ ਕੇਸ ਵਿੱਚ ਆਪਣੇ ਕੋਲ ਕੀ ਹੈ ਇਮੇਜ ਕਿਉਂਕਿ ਵਰਚੁਅਲ ਬਣ ਰਹੀ ਹੈ ਤਾਂ ਉਹ ਵੀ ਕੀ 'ਚ ਬਣੂਗੀ ਆਪਣੇ ਕੋਲ ਰੇਅਰ ਮੀਡੀਅਮ ਦੇ ਵਿੱਚ ਹੀ ਬਣੂਗੀ। ਕਲੀਅਰ ਹੋ ਗਿਆ। ਬਟ ਆਪਣੇ ਕੋਲ ਕੀ ਹੈ ਜੋ ਇਮੇਜ ਬਣ ਰਹੀ ਹੈ ਉਹ ਕੀ ਹੋਗੀ ਵਰਚੁਅਲ ਹੋਊਗੀ ਐਂਡ ਆਪਣੇ ਕੋਲ ਕੀ ਜੋ ਸਰਫੇਸ ਹੈਗਾ ਉਹ ਕੀ ਹੈਗਾ ਆਪਣਾ ਕਨਵੈਕਸ ਸਫੈਰੀਕਲ ਸਰਫੇਸ। ਨਾਓ ਜਦੋਂ ਆਪਣੇ ਕੋਲ ਆਪਾਂ ਵਰਚੁਅਲ ਦੀ ਗੱਲ ਕਰਦੇ ਹਾਂ ਜਦੋਂ ਆਪਣੇ ਕੋਲ ਵਰਚੁਅਲ ਇਮੇਜ ਬਣਦੀ ਹੈ ਕਨਵੈਕਸ ਦੇ ਕੇਸ ਦੇ ਵਿੱਚ ਉਸ 'ਚ ਆਪਣੇ ਕੋਲ ਹੁੰਦਾ ਕੀ ਹੈ ਜੋ ਆਬਜੈਕਟ ਹੁੰਦਾ ਉਹ ਬਹੁਤ ਜ਼ਿਆਦਾ ਕਲੋਜ਼ ਕੀ ਕਰਦਾ ਆਪਣੇ ਕੋਲ ਲਾਈਕ ਕਰਦਾ ਕਿਹਦੇ ਪੋਲ ਦੇ। ਸਪੋਜ਼ ਆਪਣੇ ਕੋਲ ਕੀ ਹੋਈ ਅਜ਼ੰਪਸ਼ਨਸ ਐਂਡ ਕਾਰਟੀਜ਼ਨ ਕੋਆਰਡੀਨੇਟ ਜਿਹੜੇ ਹੈਗੇ ਆਪਣੇ ਕੋਲ ਸੇਮ ਹੀ ਆ ਦੁਬਾਰਾ ਨਹੀਂ ਲਿਖਣ ਲੱਗਾ। ਸੋ ਸਾਰੀਆਂ ਚੀਜ਼ਾਂ ਵੈਸੇ ਤਾਂ ਆਪਣੇ ਕੋਲ ਕੀ ਹੈ ਸੇਮ ਉੱਦਾਂ ਹੀ ਚੱਲਣਗੀਆਂ ਬਸ ਥੋੜ੍ਹਾ ਜਿਹਾ ਫਿਗਰ ਦਾ ਜਿਹੜਾ ਹੈਗਾ ਆਪਣੇ ਕੋਲ ਚੇਂਜ ਹੋਊਗਾ ਬਾਕੀ ਲਗਭਗ ਆਪਣੇ ਕੋਲ ਕੀ ਹੈ ਸੇਮ ਹੀ ਹੈ। ਸੋ ਦੇਖੋ ਦੁਬਾਰਾ ਆਪਣੇ ਕੋਲ ਮੈਂ ਕੀ ਕਰ ਰਿਹਾ ਵਰਚੁਅਲ ਇਮੇਜ ਦੀ ਗੱਲ ਕਰ ਰਿਹਾ। ਸੋ ਵਰਚੁਅਲ ਇਮੇਜ ਦੇ ਕੇਸ ਵਿੱਚ ਹਮੇਸ਼ਾ ਜੋ ਆਬਜੈਕਟ ਹੁੰਦਾ ਉਹ ਕਿਹਦੇ ਕਲੋਜ਼ ਲਾਈ ਕਰਦਾ ਆਪਣੇ ਕੋਲ ਪੋਲ ਦੇ ਕਲੋਜ਼ ਲਾਈ ਕਰਦਾ। ਸੋ ਸਪੋਜ਼ ਆਪਣੇ ਕੋਲ ਪੋਲ ਦੇ ਕਲੋਜ਼ ਕੀ ਹੈ ਆਪਣੇ ਕੋਲ ਕੋਈ ਆਬਜੈਕਟ ਉਹ ਕੀ ਕਰ ਰਿਹਾ ਆਪਣਾ ਪੁਆਇੰਟ ਆਬਜੈਕਟ ਲਾਈ ਕਰ ਰਿਹਾ। ਸੋ ਅਗੇਨ ਆਪਣੇ ਕੋਲ ਕੀ ਕਰ ਰਹੇ ਹਾਂ ਆਪਾਂ ਲੈਟ ਇੱਕ ਰੇ ਜਿਹੜੀ ਹੈਗੀ ਇੰਸੀਡੈਂਟ ਕਰਵਾ ਰਹੇ ਹਾਂ ਕਿਹਦੇ ਉੱਪਰ ਰਿਫਰੈਕਟਿੰਗ ਸਰਫੇਸ ਦੇ ਉੱਪਰ। ਸੋ ਆਪਨੇ ਕੀ ਹੈ ਰੇ ਇੰਸੀਡੈਂਟ ਕਰਵਾਈ ਹੈ ਕਿਉਂਕਿ ਆਪਣੇ ਕੋਲ ਕੀ ਹੈ ਕਿਸੇ ਦਾ ਨਾਰਮਲ ਜੋ ਸੈਂਟਰ ਆਫ ਕਰਵੇਚਰ ਦੇ ਵਿੱਚੋਂ ਪਾਸ ਕਰ ਰਿਹਾ ਸੀਗਾ। ਸੋ ਪੂਰਾ ਦਾ ਪੂਰਾ ਆਪਣੇ ਕੋਲ ਆਹ ਵਾਲਾ ਐਂਗਲ ਕੀ ਹੋ ਗਿਆ ਐਂਗਲ ਆਫ ਇੰਸੀਡੈਂਸ ਹੋਊਗਾ। ਕਲੀਅਰ ਹੋ ਗਿਆ। ਸੋ ਆਪਾਂ ਕੀ ਕਰ ਰਹੇ ਹਾਂ ਇੱਕ ਰੇ ਜਿਹੜੀ ਹੈਗੀ ਉਹ ਕੀ ਕਰਵਾਈ ਹੈ ਰਿਫਰੈਕਟਿੰਗ ਸਰਫੇਸ ਦੇ ਉੱਪਰ ਆਪਾਂ ਕੀ ਕਰਵਾ ਰਹੇ ਹਾਂ ਇੰਸੀਡੈਂਟ ਕਰਵਾ ਰਹੇ ਹਾਂ ਕਿਹਦੇ ਅਲੋਂਗ ਉਹ ਇਹਦੇ ਅਲੋਂਗ ਕਿਉਂਕਿ ਆਪਾਂ ਰੇਅਰ ਮੀਡੀਅਮ ਟੂ ਡੈਂਸਰ ਮੀਡੀਅਮ ਜਾ ਰਹੇ ਹਾਂ ਤਾਂ ਅਗੇਨ ਲਾਈਟ ਕਿੱਧਰ ਬੈਂਡ ਹੋਗੀ ਆਪਣੇ ਕੋਲ ਟੂਵਰਡਸ ਅ ਨਾਰਮਲ ਬੈਂਡ ਹੋਗੀ। ਸੋ ਟੂਵਰਡਸ ਅ ਨਾਰਮਲ ਸਪੋਜ਼ ਆਪਣੀ ਲਾਈਟ ਕੀ ਹੋਗੀ ਬੈਂਡ ਹੋਗੀ। ਨਾਓ ਦੇਖੋ
ਆ ਪ੍ਰਿੰਸੀਪਲ ਐਕਸਿਸ ਜਾ ਰਹੀ ਹੈ, ਆਪਣੀ ਟੂਵਰਡਸ ਨਾਰਮਲ ਜਿਹੜੀ ਲਾਈਟ ਹੈਗੀ ਉਹ ਕੀ ਹੋਈ ਹੈ ਆਪਣੇ ਕੋਲ ਬੈਂਡ ਹੋਈ ਹੈ, ਬਟ ਇਹ ਕਦੇ ਵੀ ਆਪਸ ਦੇ ਵਿੱਚ ਜਿਹੜੀ ਹੈਗੀ ਮੀਟ ਨਹੀਂ ਕਰਨੀ ਹੈ ਕਿਉਂਕਿ ਇਹ ਰੇ ਕਿੱਧਰ ਜਾ ਰਹੀ ਹੈ ਉਧਰ ਜਾ ਰਹੀ ਹੈ ਐਂਡ ਇਹ ਆਪਣੇ ਕੋਲ ਪ੍ਰਿੰਸੀਪਲ ਐਕਸਿਸ ਇੱਧਰ ਜਾ ਰਹੀ ਹੈ, ਬਟ ਆਪਾਂ ਨੂੰ ਅਪੀਅਰ ਹੋ ਰਿਹਾ ਕਿਤੇ ਨਾ ਕਿਤੇ ਪਿੱਛੇ ਕੀ ਆਪਣੇ ਕੋਲ ਇਹ ਜਦੋਂ ਆਪਾਂ ਇਹਨੂੰ ਬੈਕਵਰਡ ਡਾਇਰੈਕਸ਼ਨ 'ਚ ਐਕਸਟੈਂਡ ਕਰਵਾਉਣੇ ਕੀ ਕਰ ਰਹੀ ਹੈ ਪ੍ਰਿੰਸੀਪਲ ਐਕਸਿਸ ਨਾਲ ਮੀਟ ਕਰ ਰਹੀ ਹੈ। ਸਪੋਜ਼ ਇੱਥੇ ਆਪਣੇ ਕੋਲ ਕੀ ਕਰ ਗਈ ਮੀਟ ਕਰ ਗਈ, ਸੋ ਉੱਥੇ ਆਪਣੇ ਕੋਲ ਕੀ ਹੋਊਗਾ ਇਮੇਜ ਜਿਹੜੀ ਹੈਗੀ ਹੈ ਬਣੂਗੀ ਕਿਉਂਕਿ ਆਪਣੇ ਕੋਲ ਅਪੀਅਰ ਹੋ ਰਿਹਾ ਕਿ ਮੀਟ ਕਰ ਰਹੀ ਹੈ, ਸੋ ਜੋ ਇਮੇਜ ਬਣੂਗੀ ਉਹ ਕੀ ਬਣੂਗੀ ਆਪਣੇ ਕੋਲ ਵਰਚੁਅਲ ਇਮੇਜ ਬਣੂ। ਕਲੀਅਰ ਹੋ ਗਿਆ। ਨਾਓ ਦੇਖੋ ਆਪਾਂ ਕੀ ਕਰਵਾਈ ਸੀ, ਕੋਈ ਰੇ ਜਿਹੜੀ ਹੈਗੀ ਇੰਸੀਡੈਂਟ ਕਰਵਾਈ ਸੀ ਉਹ ਇਹਦੇ ਲੌਂਗ ਰਿਫਰੈਕਟ ਹੋ ਗਈ ਆਪਣੇ ਕੋਲ ਲੌਂਗ, ਸਪੋਜ਼ AX ਦੇ ਲੌਂਗ ਆਪਣੇ ਕੋਲ ਕੀ ਹੋਗੀ ਰਿਫਰੈਕਟ ਹੋਗੀ, ਸੋ AX ਆਪਣੇ ਕੋਲ ਰਿਫਰੈਕਟਡ ਰੇ ਹੈ ਜੋ ਆਪਣੇ ਕੋਲ ਕੀ ਹੈ ਨॉर्मल ਵਾਲਾ एंगल बनाओगी एंगल ऑफ रिफ्रैक्शन। क्लीयर हो गया ना। वही ऑब्जेक्ट जो प्रिंसिपल एक्सिस ਦੇ ਨਾਲ एंगल ਬਣਾਉਂਦਾ ਸਪੋਜ਼ ਉਹ ਕੀ ਹੈਗਾ ਆਪਣੇ ਕੋਲ ਅਲਫਾ, ਜੋ ਆਪਣਾ ਸੈਂਟਰ ਆਫ ਕਰਵੇਚਰ ਬਣਾਉਂਦਾ ਹੁੰਦਾ ਉਹ ਕੀ ਹੁੰਦਾ ਆਪਣਾ ਗਾਮਾ, ਐਂਡ ਜੋ ਆਪਣੀ ਇਮੇਜ ਐਂਗਲ ਬਣਾਉਂਦੀ ਹੁੰਦੀ ਹੈ ਉਹ ਕੀ ਹੁੰਦਾ ਆਪਣੇ ਕੋਲ ਬੀਟਾ। ਉਹੀ ਆਪਾਂ ਐਂਗਲ ਜਿਹੜੇ ਹੈਗੇ ਦੁਬਾਰਾ ਕੀ ਕਰ ਲਏ ਕੰਸੀਡਰ ਕਰ ਲਏ। ਅਗੇਨ ਇਹ ਤੋਂ ਆਪਾਂ ਕੀ ਕਰਿਆ ਇੱਕ ਪਰਪੈਂਡੀਕੂਲਰ ਜਿਹੜਾ ਹੈਗਾ ਥਰੂ ਕਰਿਆ ਕਿਹਦੇ ਉੱਪਰ ਪ੍ਰਿੰਸੀਪਲ ਐਕਸਿਸ ਦੇ ਉੱਪਰ AM ਜਿਹੜਾ ਹੈਗਾ ਆਪਣਾ ਕੀ ਆ ਗਿਆ ਉਹ ਵਾਲਾ ਪਰਪੈਂਡੀਕੂਲਰ ਆ ਗਿਆ। ਕਲੀਅਰ ਹੋ ਗਿਆ। ਅਗੇਨ ਅਪਰਚਰ ਕੀ ਸੀਗਾ ਆਪਣੇ ਕੋਲ ਸਮੋਲ, ਸੋ PA M ਨੂੰ ਆਪਣੇ ਕੋਲ ਕੀ ਹੈ M ਜਿਹੜਾ ਹੈਗਾ ਬਹੁਤ ਜ਼ਿਆਦਾ ਕਲੋਜ਼ ਲਾਈ ਕਰੂਗਾ ਕਿਤੇ P ਦੇ, ਐਂਡ ਅਲਟੀਮੇਟਲੀ ਆਪਣੇ ਕੋਲ M ਨੂੰ ਆਪਾਂ ਕੀ ਕਰਾਂਗੇ P ਦੇ ਨਾਲ ਜਿਹੜਾ ਹੈਗਾ ਰਿਪਲੇਸ ਕਰ ਦਾਂਗੇ। ਕਲੀਅਰ ਹੋ ਗਈਆਂ ਚੀਜ਼ਾਂ। ਸੋ ਆਪਾਂ ਕੀ ਕਰਨਾ ਸੀਗਾ, ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਨੇ ਦੋ ਟ੍ਰਾਇੰਗਲਸ ਕੰਸੀਡਰ ਕਰਦੇ ਨੇ ਜਿਸ 'ਚੋਂ ਆਪਾਂ ਐਂਗਲ ਆਫ ਇੰਸੀਡੈਂਸ ਐਂਡ ਐਂਗਲ ਆਫ ਰਿਫਰੈਕਸ਼ਨ ਦੀ ਵੈਲਿਊ ਜਿਹੜੀ ਹੈਗੀ ਫਾਈਂਡ ਆਊਟ ਕਰਦੇ ਨੇ। ਮੈਂ ਤੁਹਾਨੂੰ ਕਿਹਾ ਸੀ ਅਗਰ ਆਪਣੇ ਕੋਲ ਨੋਟੇਸ਼ਨ ਸੇਮ ਲਾਉਂਗੇ ਦੈਨ ਹਮੇਸ਼ਾ ਆਪਣੇ ਕੋਲ ਟ੍ਰਾਇੰਗਲਸ ਆਪਾਂ ਉਹੀ ਕੰਸੀਡਰ ਕਰ ਸਕਦੇ। ਸੋ ਦੇਖੋ ਇਹਦੇ ਵਿੱਚ ਉਹੀ ਚੀਜ਼ ਹੋਊਗੀ। ਸੋ ਪਹਿਲੀ ਟ੍ਰਾਇੰਗਲ ਆਪਾਂ ਉਹ ਚਲਾਈ ਸੀ ਇਨ ਟ੍ਰਾਇੰਗਲ AOC ਧਿਆਨ ਦੇ ਵਿੱਚ। ਸੋ ਇਸ ਕੇਸ ਦੇ ਵਿੱਚ ਵੀ ਆਪਣੇ ਕੋਲ ਆਪਾਂ ਕੀ ਕਰਾਂਗੇ AOC ਜਿਹੜੀ ਹੈਗੀ ਉਹਨੂੰ ਲਵਾਂਗੇ। ਸੋ AOC ਅਗਰ ਆਪਣੇ ਕੋਲ ਕੀ ਹੈ ਟ੍ਰਾਇੰਗਲ ਲਈਏ ਇਹਦੇ ਵਿੱਚ ਆਪਣੇ ਕੋਲ ਕੀ AC ਨੂੰ ਜਦੋਂ ਆਪਾਂ ਐਕਸਟੈਂਡ ਕਰਦੇ ਹਾਂ ਦੈਨ ਅਗੇਨ ਤੁਹਾਨੂੰ ਕੀ ਲੱਗ ਰਿਹਾ ਕਿ ਆਹ ਵਾਲਾ ਜੋ ਐਂਗਲ ਹੈਗਾ ਉਹ ਕੀ ਬਣੂਗਾ ਆਪਣੇ ਕੋਲ ਐਕਸਟਰਨਲ ਐਂਗਲ ਬਣੂਗਾ। ਸੋ I ਕੀ ਹੈਗਾ ਆਪਣੇ ਕੋਲ ਇਜ਼ ਐਕਸਟਰਨਲ ਐਂਗਲ, ਐਂਡ ਆਪਾਂ ਨੂੰ ਪਤਾ ਐਕਸਟਰਨਲ ਐਂਗਲ ਕੀ ਹੁੰਦਾ ਸਮ ਆਫ ਟੂ ਇੰਟਰਨਲ ਐਂਗਲ ਦੇ ਇਕੁਅਲ ਹੁੰਦਾ। ਮਤਲਬ ਕੀ ਹੋਊਗਾ ਇੰਟਰਨਲ ਐਂਗਲ AOC ਦੇ ਵਿੱਚ ਕੀ ਹੈਗਾ ਆਪਣੇ ਕੋਲ ਅਲਫਾ ਪਲੱਸ ਕੀ ਹੈਗੀ ਗਾਮਾ, ਸੋ ਅਲਫਾ ਪਲੱਸ ਗਾਮਾ ਦੇ ਇਕੁਅਲ ਆ ਗਿਆ। ਕਲੀਅਰ ਹੋ ਗਿਆ। ਪੈਰਲਲੀ ਦੂਸਰੀ ਟ੍ਰਾਇੰਗਲ ਕਿਹੜੀ ਲਈ ਸੀ ਆਪਾਂ ACI, ਸੋ ਇਹਦੇ ਵਿੱਚ ਵੀ ਇਨ ਟ੍ਰਾਇੰਗਲ ACI। ਹੁਣ ਧਿਆਨ ਨਾਲ ਦੇਖੋ ਅਗਰ ਆਪਣੇ ਕੋਲ ਕੀ ਆਪਾਂ ਆਹ ਵਾਲੇ ਟ੍ਰਾਇੰਗਲ ਦੇਖ ਰਹੇ ਹਾਂ AIC ਜਾਂ ACI ਅਗਰ ਆਪਣੇ ਕੋਲ ਦੇਖੀਏ ਉਹਦੇ ਵਿੱਚ ਕਿਹੜੇ ਕਿਹੜੇ ਐਂਗਲਸ ਆਪਣੇ ਕੋਲ ਇੰਟਰਨਲ ਬਣ ਰਹੇ ਆ, ਕਿਹੜੇ ਕਿਹੜੇ ਬਣ ਰਹੇ ਦੇਖੋ, ਇੱਕ ਤਾਂ ਕੀ ਬਣ ਰਿਹਾ ਗਾਮਾ, ਇੱਕ ਕੀ ਬਣ ਰਿਹਾ ਬੀਟਾ। ਨਾਓ ਅਗਰ ਮੈਂ ਕੀ ਕਰਾਂ AI ਨੂੰ ਆਪਣੇ ਕੋਲ ਕੀ ਐਕਸਟੈਂਡ ਕਰੀਏ ਬੈਕਵਰਡ ਡਾਇਰੈਕਸ਼ਨ 'ਚ, ਮੇਰੇ ਕੋਲ ਕੀ ਹੈ ਕਿਹਦੇ ਲੌਂਗ AX ਦੇ ਲੌਂਗ, ਤਾਂ ਆਪਣੇ ਕੋਲ ਕੀ ਐਂਗਲ ਆਫ ਰਿਫਰੈਕਸ਼ਨ ਜਿਹੜਾ ਹੈਗਾ ਇਹਦਾ ਕੀ ਹੈਗਾ ਆਪਣੇ ਕੋਲ ਐਕਸਟਰਨਲ ਐਂਗਲ। ਸੋ ਧਿਆਨ ਨਾਲ ਦੇਖੋ ਆਪਣੇ ਕੋਲ ਕੀ ਹੈ AX ਦੇ ਲੌਂਗ ਆਪਣੀ ਲਾਈਟ ਕੀ ਹੋ ਗਈ ਸੀਗੀ ਬੈਂਡ ਹੋ ਗਈ ਸੀਗੀ ਜਦੋਂ ਆਪਾਂ ਕੀ ਜਾ ਰਹੇ ਰੇਅਰ ਮੀਡੀਅਮ ਟੂ ਡੈਂਸਰ ਮੀਡੀਅਮ, ਇਸੇ ਨੂੰ ਬੈਕਵਰਡ ਡਾਇਰੈਕਸ਼ਨ 'ਚ ਐਕਸਟੈਂਡ ਕਰਵਾ ਕੇ ਆਪਾਂ ਕੀ ਮੀਟ ਕਰਵਾਇਆ ਸੀ ਪ੍ਰਿੰਸੀਪਲ ਐਕਸਿਸ ਦੇ ਨਾਲ। ਨਾਓ ਅਗਰ ਆਪਣੇ ਕੋਲ AIC ਟ੍ਰਾਇੰਗਲ ਨੂੰ ਆਪਾਂ ਧਿਆਨ ਨਾਲ ਦੇਖੀਏ R ਜਿਹੜਾ ਹੈਗਾ ਆਪਣਾ ਕੀ ਹੈਗਾ ਐਕਸਟਰਨਲ ਐਂਗਲ। ਸੋ ਅਗਰ ਐਕਸਟਰਨਲ ਐਂਗਲ ਹੈ ਦਿਸ ਇੰਪਲਾਈਜ਼ R ਇਜ਼ ਇਕਲ ਟੂ ਕੀ ਹੋਊਗਾ ਸਮ ਆਫ ਇਟ ਟੂ ਇੰਟਰਨਲ ਐਂਗਲ ਬੀਟਾ ਪਲੱਸ ਕੀ ਆਪਣੇ ਕੋਲ ਗਾਮਾ ਦੇ ਇਕੁਅਲ ਆ ਜਾਊਗਾ। ਉਹੀ ਅਗੇਨ ਇਹਨੂੰ ਸਪੋਜ਼ ਆਪਣੇ ਕੋਲ ਫਸਟ ਇਕੁਏਸ਼ਨ ਹੈਗੀ ਕੀ ਹੈਗੀ ਆਪਣੇ ਕੋਲ ਸੈਕੰਡ ਇਕੁਏਸ਼ਨ। ਨਾਓ ਅਪਲਾਈਂਗ ਸਨੈਲਜ਼ ਲਾਅ, ਸਾਰੀ ਕਹਾਣੀ ਇਸ ਤੋਂ ਬਾਅਦ ਆਪਣੇ ਕੋਲ ਕੀ ਹੈ ਸੇਮ ਹੀ ਹੈ। ਸਨੈਲ ਲਾਅ ਅਪਲਾਈ ਕਰੋਗੇ ਕੀ ਸੀਗਾ ਸਾਈਨ ਆਫ ਐਂਗਲ ਆਫ ਇੰਸੀਡੈਂਸ ਅਪੋਨ ਸਾਈਨ ਆਫ ਐਂਗਲ ਆਫ ਰਿਫਰੈਕਸ਼ਨ ਆਪਣੇ ਕੋਲ ਕਿਹਦੇ ਕੋਲ ਹੁੰਦਾ ਸਾਈਨ ਆਫ ਐਂਗਲ ਆਫ ਇੰਸੀਡੈਂਸ ਐਂਡ ਸਾਈਨ ਆਫ ਐਂਗਲ ਆਫ ਰਿਫਰੈਕਸ਼ਨ ਕਿਹਦੇ ਕੋਲ ਹੁੰਦਾ ਆਪਣੇ ਕੋਲ μ2 ਅਪੋਨ ਕੀ ਹੁੰਦਾ μ1 ਦੇ ਇਕੁਅਲ ਹੁੰਦਾ। ਨਾਓ ਐਂਗਲਸ ਕਿਉਂਕਿ ਆਪਣੇ ਕੋਲ ਕੀ ਹੈ ਸਮੋਲ ਹੈ ਸਿੰਸ ਐਂਗਲ ਆਰ ਸਮੋਲ, ਸੋ ਅਗਰ ਐਂਗਲ ਆਪਣੇ ਕੋਲ ਕੀ ਹੈ ਸਮੋਲ ਹੈ ਸਾਈਨ ਆਫ ਐਂਗਲ ਆਫ ਇੰਸੀਡੈਂਸ ਨੂੰ ਮੈਂ ਕੀ ਲਿਖ ਸਕਦਾ ਸਿਰਫ I, ਐਂਡ ਸਾਈਨ ਆਫ ਐਂਗਲ ਆਫ ਰਿਫਰੈਕਸ਼ਨ ਨੂੰ ਆਪਾਂ ਕੀ ਲਿਖ ਸਕਦੇ R ਇਜ਼ ਇਕਲ ਟੂ ਕੀ ਆ ਜਾਊਗਾ μ2 ਅਪੋਨ μ1। ਕ੍ਰੋਸ ਮਲਟੀਪਲਾਈ ਕਰੋ ਦਿਸ ਇੰਪਲਾਈਜ਼ μ1 ਇੰਟੂ ਕੀ ਆ ਗਿਆ ਆਪਣਾ I ਇਜ਼ ਇਕਲ ਟੂ ਕੀ ਆ ਜਾਊਗਾ μ2 ਇੰਟੂ ਕੀ ਆ ਜਾਊਗਾ ਆਪਣੇ ਕੋਲ R। ਇਹਨੂੰ ਕੀ ਕਰਤਾ ਆਪਾਂ ਸਪੋਜ਼ ਹੁਣ ਨਾਓ ਫਰੋਮ 1 ਐਂਡ 2 1 ਐਂਡ 2 ਤੋਂ ਆਪਣੇ ਕੋਲ ਆਪਾਂ ਇੱਥੇ ਕੀ ਕਰਦੇ ਹਾਂ I ਐਂਡ R ਦੀ ਵੈਲਿਊ ਵੀ ਕੀ ਕਰਦੇ ਨੇ ਪੁੱਟ ਕਰਦੇ ਨੇ। ਸੋ ਕੀ ਆ ਜਾਊਗਾ μ1 ਇੰਟੂ I ਦੀ ਵੈਲਿਊ ਕਿੰਨੀ ਹੈਗੀ ਆਪਣੀ ਅਲਫਾ ਪਲੱਸ ਗਾਮਾ ਇਜ਼ ਇਕਲ ਟੂ μ2 ਇੰਟੂ R ਦੀ ਵੈਲਿਊ ਕਿੰਨੀ ਹੈਗੀ ਆਪਣੇ ਕੋਲ ਬੀਟਾ ਪਲੱਸ ਗਾਮਾ। ਨਾਓ ਆਪਾਂ ਨੂੰ ਕਿਹਦੀ ਵੈਲਿਊ ਚਾਹੀਦੀ ਹੁੰਦੀ ਹੈ ਅਲਫਾ ਬੀਟਾ ਐਂਡ ਗਾਮਾ ਦੀ, ਉਹਦੀ ਵੈਲਿਊ ਆਪਣੇ ਕੋਲ ਕੀ ਤੋਂ ਕੱਢਦੇ ਨੇ AM ਆਪਣੇ ਕੋਲ ਆਪਾਂ ਕੀ ਕਰਿਆ ਸੀ ਪਰਪੈਂਡੀਕੂਲਰ ਥਰੂ ਕਰਿਆ ਸੀਗਾ। ਸੋ ਟ੍ਰਾਇੰਗਲਸ ਕੰਸੀਡਰ ਕਰਦੇ ਨੇ ਰਾਈਟ ਐਂਗਲ ਟ੍ਰਾਇੰਗਲਸ AMI AMO
AMC ट्रायंगल अगेन वही कंसिडर करोगे। सिंस अगेन वही कहानी, सिंस अल्फा बीटा एंड गामा आर स्मॉल एंगल्स एंड वी नो थीटा इज इक्वल टू की होंदा आर्क अपॉन रेडियस होंदा। दस अपने कोल की है अल्फा की वैल्यू किदे तो अपने कोल कड्डोगे AMO तो किदे कोल आ जाऊगी AM अपॉन की आ जाऊगा OM। बीटा की वैल्यू किदे तो कड्डोगे AMI तो किदे कोल आ जाऊगी AM अपॉन की आ जाऊगा अपने कोल MI। एंड सिमिलरली गामा की वैल्यू की तो कड्डोगे AMC दे विचों की आऊगी AM अपॉन की आऊगा अपने कोल MC आ जाऊगी। सो वैल्यूज़ ਨੂੰ ਆਪਾਂ ਇੱਥੇ ਕੀ ਕਰਦੇ ਨੇ ਪੁੱਟ ਕਰ ਦਿੰਦੇ ਹਾਂ। ਦਿਸ ਇੰਪਲਾਈਜ਼ μ1 ਅਲਫਾ ਦੀ ਵੈਲਿਊ ਕਿੰਨੀ ਸੀਗੀ ਆਪਣੀ AM ਅਪੋਨ ਕੀ ਹੈ OM ਪਲੱਸ ਗਾਮਾ ਦੀ ਵੈਲਿਊ ਕਿੰਨੀ ਹੈਗੀ ਆਪਣੀ AM ਅਪੋਨ MC ਇਜ਼ ਇਕਲ ਟੂ μ2 ਇਨਟੂ ਬੀਟਾ ਦੀ ਵੈਲਿਊ ਕਿੰਨੀ ਹੈਗੀ ਹੈ ਦੇਖੋ AM ਅਪੋਨ MI ਪਲੱਸ ਗਾਮਾ ਦੀ ਵੈਲਿਊ ਕਿੰਨੀ ਹੈਗੀ ਹੈ AM ਅਪੋਨ MC। क्लीयर होगी जी, सेम कहानी वही क्लीयर हो रहा है। सो सिर्फ वैल्यूज़ की करिए अपने को पुट करिए हले तक आप नाउ AM इधरों भी कॉमन निकल रहा है AM इधरों भी कॉमन निकल रहा सेम जिमें आप वो कढ़िया सीगा। सो AM इंटू μ1 इतने की रह गया 1 अपॉन OM प्लस 1 अपॉन OC इज इक्वल टू AM इधरों भी कॉमन निकल रहा है सो μ2 इंटू 1 अपॉन MI प्लस 1 अपॉन की रह जाएगा अपने को MC रह जाऊगा AM नाल AM अपने को कटे जाऊगा। नाउ दूसरी चीज़ आप की लिख देने कि अपने को की है क्योंकि अपना जोड़ा अपर्चर की है स्मॉल है सिंस अपर्चर इज स्मॉल अगर अपर्चर अपने को की है स्मॉल है देन किसी का अपने को M लाइज क्लोज टू P अगर P दे क्लोज लाई करता देन अपने को की करोगे सिर्फ M नू अपने को की है P दे नाल की कर दोगे रिप्लेस कर दोगे। क्लीयर हो गया। सो इधर मैं वही इक्वेशन दोबारा लिख लेना की होगा अपने को की आया सीगा μ1 इंटू 1 अपॉन की सीगा अपने को OM प्लस 1 अपॉन की सीगा OC इज इक्वल टू μ2 इंटू 1 अपॉन की आया सी MI प्लस 1 अपॉन की सीगा अपना MC। क्लीयर हो गया। हम देखो आप की करिया सीगा अपर्चर स्मॉल है सो M नू अपने को P ना रिप्लेस करता सिंस अपर्चर इज स्मॉल सो की करें आप सिर्फ तो सिर्फ उन्होंने M नू P ना रिप्लेस करें सो 1 अपॉन किया गया OP प्लस 1 अपॉन किया गया OC इज इक्वल टू μ2 इंटू 1 अपॉन किया गया PI प्लस 1 अपॉन किया गया PC। क्लीयर होगी जी, बोलो कोई दिक्कत वाली गल हैगी है कुछ भी नहीं करे सॉरी इतने अपने कोल की सीगा इतने अपने कोल की सीगा OM इतने अपने कोल MC सीगा आप OC लिख रहे हैं। सो अगेन अपने कोल इतने भी की सीगा MC एंड इतने भी की सीगा अपने कोल MC। सो M की जगह पे अपने कोल की आ जाऊगा P सो इतने अपने कोल की है मैनू P कर देना सो PC आ जाऊगा। क्लीयर हो गया सॉरी। सो अगेन अपने को हुण की करना होंगे सिर्फ तो सिर्फ कार्टीजन कोऑर्डिनेट्स की करने अप्लाई करने हैं। सो की करांगे सारे के सारे डिस्टेंस आप की करांगे पोल तो मैजर करांगे एंड ਜਿਹੜੇ ਆਪਣੇ ਕੋਲ ਕੀ इंसीडेंट रे ਦੀ डायरेक्शन ਚ ਹੋਣਗੇ ਉਹ ਕੀ ਹੋਣਗੇ ਆਪਣੇ ਕੋਲ पॉजिटिव ਹੋਣਗੇ एंड दूसरे ਕੀ ਹੋਣਗੇ ਆਪਣੇ ਕੋਲ नेगेटिव। सो P to C ਆਪਣੇ ਕੋਲ ਗੱਲ ਕਰੋਗੇ ਕੀ ਹੋਊਗਾ रेडियस ऑफ कर्वेचर ਕੀ ਹੋਊਗਾ ਆਪਣੇ ਕੋਲ पॉजिटिव क्योंकि इंसीडेंट रे ਦੀ डायरेक्शन ਦੇ ਵਿੱਚ ਆਪਣੇ ਕੋਲ ਗੱਲ ਕਰ ਰਹੇ P to O ਆਪਣੇ ਕੋਲ ਗੱਲ ਕਰੋਗੇ ਕੀ ਹੋਊਗਾ ਆਪਣਾ U क्योंकि आप की है P तो मैजर कर रहे हैं वो वाले पासे जा रहे हैं सो ओपोजिट जा रहे हैं सो की होगा -U। P to I डिस्टेंस की गल करूँ कि होगा अपने को इमेज डिस्टेंस V क्योंकि अपने को की ओपोजिट डायरेक्शन जी आ रहे हैं सो की होगा -V। सो PI की जगह पर अपने को की यूज़ करोगे -V PO की जगह पर -U एंड PC की जगह पर अपने को की होगा +R पुट कर देने। सो μ1 1 अपॉन की सीगा अपना OP की है अपना ऑब्जेक्ट डिस्टेंस ओपोजिट डायरेक्शन है सो -U प्लस 1 अपॉन की है अपने को PC की है अपना रेडियस ऑफ कर्वेचर सो R इज इक्वल टू μ2 इंटू 1 अपॉन की है PI की सीगा अपने को इमेज डिस्टेंस ओपोजिट डायरेक्शन सो -V प्लस 1 अपॉन PC की है अपने को R। सो इस तो बाद अपने को की कर देना इन्हों मल्टीप्लाई कर दो अंदर सो की आ जाऊगा μ1 अपॉन किया गया -U प्लस μ1 अपॉन किया गया
आर इज इक्वल टू म्यू टू अपॉन माइनस वी प्लस म्यू टू अपॉन आर आ गया। नाउ इनू इधर ले आने आर वाले एक साइड कर लेने, सो की आ जाऊगा म्यू वन अपॉन माइनस यू, इनू इधर लेके आऊँगे प्लस हो जाऊगा, सो म्यू टू अपॉन की आएगा अपने को वी इज इक्वल टू आर में एलसीएम कॉमन कर लें, सो म्यू टू माइनस म्यू वन अपॉन किया जाएगा अपने को आर। सेम अगेन अपने को वही फॉर्मूला बन गया। मैं ਤੁਹਾਨੂੰ ਕਿਹਾ ਸੀਗਾ ਕਿ ਜਦੋਂ ਆਪਣੇ ਕੋਲ ਕੀ ਹੈ ਆਪਾਂ ਗੱਲ ਕਰਾਂਗੇ ਰੇਅਰ ਟੂ ਡੈਂਸਰ ਦੀ, ਤਾਂ ਆਪਣੇ ਕੋਲ ਕੀ ਹੈ ਸੇਮ ਆਹੀ ਫਾਰਮੂਲਾ ਬਣੂਗਾ ਤਿੰਨੋਂ ਕੇਸਿਸ ਦੇ ਵਿੱਚ। ਜਦੋਂ ਆਪਣੇ ਕੋਲ ਡੈਂਸਰ ਟੂ ਰੇਅਰ ਦੀ ਗੱਲ ਕਰਾਂਗੇ ਉਹਦੇ ਵਿੱਚ ਆਪਣੇ ਕੋਲ ਕੀ ਹੈ ਅਲੱਗ ਫਾਰਮੂਲਾ ਬਣੂਗਾ। ਕਲੀਅਰ ਹੋ ਗਿਆ। ਨਾਓ ਨੈਕਸਟ ਕੇਸ ਆਪਾਂ ਡਿਸਕਸ ਕਰ ਰਹੇ ਹਾਂ ਰਿਫਰੈਕਸ਼ਨ ਫਰੋਮ ਰੇਅਰ ਟੂ ਡੈਂਸਰ ਅਗੇਨ। फिर वही गल करांगे आप रेयर टू डेंसर की गल करांगे, बट नाउ अपने कोल की है जो रिफ्रैक्टिंग सरफेस है वो चेंज हो गया। हुण अपने कोल आप गल कर रहे हैं कनकेव रिफ्रैक्टिंग सरफेस की। सो कनकेव रिफ्रैक्टिंग सरफेस के केस के आप रिफ्रैक्शन की गल कर रहे हैं जो आप की है रेयर टू डेंसर मूव कर रहे हैं। सो मैं इस केस के देखो ध्यान नाल मैं की कर रहा कनकेव जो है रिफ्रैक्टिंग सरफेस कंसिडर करें जिदा पी की है अपने को पोल है, सी की सीगा अपना सेंटर ऑफ करवेचर। सो सेंटर ऑफ करवेचर जो नॉर्मली अपने को की कर रहे हैं पास कर रहे हैं। सो नॉर्मल अपने को की है पास कर रहे हैं। इधर अपने को रिफ्रैक्टिव इंडेक्स म्यू वन रेयर मीडियम आ गया, इधर अपने को की है डेंसर मीडियम है। सो आप रेयर टू डेंसर जाना। क्लीयर होगी, सिंपल का नहीं। सो ध्यान नाल फिगर समझण की गल हैगी। बाकी सारिया चीज़ां अपने कोल की है सेम वही करनी है, सारे दे सारे अपने कोल की है सेम जो भी अपने कोल पंजों केसेस करने सेम चीज़ अपने कोल करनी है। पहले एंगल ऑफ इंसिडेंस फाइंड आउट करोगे, फिर एंगल ऑफ अपने कोल की है रिफ्रैक्शन फाइंड आउट करोगे, देन अपने को स्नेल्स लॉ अप्लाई करोगे, क्रॉस मल्टीप्लाई करोगे, वैल्यू पुट करोगे, एंड देन अपने कोल की करते हैं आप अल्फा बीटा गामा दी वैल्यूज पुट करते हैं, कार्टेशियन कोऑर्डिनेट्स अप्लाई करते हैं। सिंपल सिर्फ तो सिर्फ दो चीज़ां समझने वाली होंगी, एक तो अपने कोल की एंगल ऑफ इंसिडेंस से एंगल ऑफ रिफ्लेक्शन फाइंड आउट करने, एंड दूसरा अपने कोल की है फिगर ध्यान नाल अगर बना ली दैन अपने कोल की कोई दिक्कत नहीं होगी। सो ध्यान नाल देखो आप किधरों किधर जाना, रेयर मीडियम टू डेंसर मीडियम जाना। हुण रिफ्रैक्टिंग सरफेस की है अपना कनकेव रिफ्रैक्टिंग सरफेस है, एंड पंजों के पंजों केसिस जोड़े है बहुत ज़्यादा इंटरस्टिंग है। सारे के सारे केसिस जोड़े है अपने को सेम ही है। सो एक केस समझ आ गया, सारे के सारे समझ आ जाएंगे। सो पहला केस रहेगा ध्यान नाल समझ लेना। सो ज़्यादा अपने को समझ लेंगे आप स्टार्ट करते हैं। सो देखो अगेन अपने को मैं की कराया ओ पॉइंट के उपर सपोज मैं एक पॉइंट ऑब्जेक्ट है प्लेस करता। नाउ ओ पॉइंट तो अपने को आप की करवा रहे हैं कोई रे जी है वो की करवा रहे हैं अपने को आप इंसीडेंट करवा रहे हैं कि उपर कनकेव रिफ्रैक्टिंग सरफेस के उपर। सो ये है मेरी इंसीडेंट रे। सो जो इंसीडेंट रे अपने को की है एंगल बनाओगी। सो देखो ध्यान नाल देखियो आप पूरा का पूरा एंगल जो इंसीडेंट रे अपने को की नॉर्मल नाल बना रही है वो की है अपना एंगल ऑफ इंसीडेंस आ गया। क्लीयर हो गया। नाउ क्योंकि आप किधरों किधर जा रहे हैं रेयर टू डेंसर जा रहे हैं, तो अपने को की है रे किधर बेंड होनी है टूवर्ड्स से नॉर्मल अपने को की है बेंड होनी है। सो टूवर्ड्स से नॉर्मल अपने को लाइट की होगी बेंड होगी। नाउ देखो अपने को प्रिंसिपल एक्सिस इधर जा रही है, रिफ्रैक्टेड है अपने को की है इधर बेंड होगी। सो कदे भी बीट नहीं करनी है, बट जो इनू मैं की करदा बैकवर्ड डायरैक्शन के एक्सटेंड करना। सो किते ना किते अपीयर होंदा इत्थे की करिए अपने को मीट करिए। सो उत्थे की बन जूगा अपने को इमेज बन जूगी। क्लीयर हो गया, बोलो। सो अगर आ वाला ध्यान नाल देखोगे एंगल आई ए सी नू, सो ये की है अपने को आ जड़ा है बनया अपने को कि करके बने अपने को जो आप की करते हैं बैकवर्ड डायरैक्शन जोड़ा है एक्सटेंड करते हैं कि अपने को सपोज ए एक्स अपने को ए एक्स नू अपने को की है बैकवर्ड डायरैक्शन एक्सटेंड करते हैं उस टाइम अपने को बंद। हुण ये क्यों अपने को इंपॉर्टेंट है जी दोनों थोड़ी देर बाद समझाना मैं। सो देखो अपने को की करवाई सी दोबारा देख लो फिगर में थोड़ी कॉम्प्लीकेट है। सो अपने को की है ओ तो ए वाले पास आप की करवा रहे हैं रे इंसीडेंट करवा रहे हैं। सो जो अपने को की रे इंसीडेंट करवाई वो की होगी अपने को टूवर्ड्स नॉर्मल ए एक्स अलॉन्ग की होगी अपने को बेंड होगी। क्लीयर हो गया क्योंकि रेयर टू डेंसर जा रही जो ए एक्स मैं बैकवर्ड डायरैक्शन एक्सटेंड करवाना दैन ए आई दे अलॉन्ग अपने को की कर दी इतने जोड़े अपीयर हो रही है मीट कर दी। सो इतने की बन जूगा अपनी इमेज जी है फॉर्म हो जूगी। क्लीयर हो गया। सी ए एन अपने को पूरा का पूरा किसी का अपना नॉर्मल सीगा। सो अगेन वही आप पूरा का पूरा अपने को ओ ए जो अपने को नॉर्मल एंगल बनाओगे वो किसी का अपना एंगल ऑफ इंसिडेंस, एंड आ वाला की होगा अपना एंगल ऑफ रिफ्रैक्शन होगा एन ए एक्स। क्लीयर हो गया। नाउ ऑब्जेक्टिव एंगल बना अल्फा, इमेज जो एंगल बना होंगी है बीटा, एंड अपने को की है जो सेंटर ऑफ करवेचर एंगल बना वो की होंगे अपना
ਗਾਮਾ ਆਉਂਦਾ। ਨਾਓ ਮੈਂ ਤੁਹਾਨੂੰ ਕਿਹਾ ਸੀਗਾ ਇੱਦਾਂ ਦੀ ਆਪਣੇ ਕੋਲ ਕੀ ਹੈ ਫਿਗਰ ਦੇ ਵਿੱਚ ਥੋੜ੍ਹੇ ਜਿਹੜਾ ਹੈਗਾ ਕੰਪਲੀਕੇਸ਼ਨ ਹੋ ਸਕਦੀ ਹੈ। ਸੋ ਅਗਰ ਆਪਣੇ ਕੋਲ ਕੀ ਨੋਟੇਸ਼ਨ ਸੇਮ ਲੈਂਦੇ ਆ ਦੈਨ ਆਪਣੇ ਕੋਲ ਉਹੀ ਦੋ ਟ੍ਰਾਇੰਗਲਸ ਆਪਾਂ ਕੰਸੀਡਰ ਕਰ ਸਕਦੇ। ਅਗੇਨ ਦੂਸਰੀ ਚੀਜ਼ ਵੀ ਆਪਾਂ ਲੈ ਹੀ ਲੈਂਦੇ ਹਾਂ। ਇਹ ਤੋਂ ਆਪਾਂ ਕੀ ਕਰਦੇ ਹੁੰਦੇ ਹਮੇਸ਼ਾ ਪਰਪੈਂਡੀਕੂਲਰ ਜਿਹੜਾ ਹੈਗਾ ਸਬਟੈਂਡ ਕਰਦੇ ਹੁੰਦੇ ਕਿਹਦੇ ਉੱਪਰ ਪ੍ਰਿੰਸੀਪਲ ਐਕਸਿਸ ਦੇ ਉੱਪਰ। ਸੋ ਇਹ ਮੇਰੇ ਕੋਲ ਕੀ ਹੈਗਾ ਪਰਪੈਂਡੀਕੂਲਰ ਜਿਹੜਾ ਮੈਂ ਕੀ ਪ੍ਰਿੰਸੀਪਲ ਐਕਸਿਸ ਦੇ ਉੱਪਰ ਡਰਾਅ ਕਰਿਆ। ਨਾਓ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਐਂਗਲ ਆਫ ਇੰਸੀਡੈਂਸ ਐਂਡ ਐਂਗਲ ਆਫ ਰਿਫਰੈਕਸ਼ਨ ਦੀ ਵੈਲਿਊ ਫਾਈਂਡ ਆਊਟ ਕਰਨੀ। ਸੋ ਸਭ ਤੋਂ ਪਹਿਲਾਂ ਕੀ ਕਰੋਗੇ ਉਹੀ ਇਨ ਟ੍ਰਾਇੰਗਲ ਸਭ ਤੋਂ ਪਹਿਲਾਂ ਕਿਹੜੀ ਲੈਂਦੇ ਨੇ AOC। ਹੁਣ ਧਿਆਨ ਨਾਲ ਦੇਖਿਓ ਟ੍ਰਾਇੰਗਲ ਨੂੰ AOC ਮਤਲਬ ਆਹ ਵਾਲੀ ਟ੍ਰਾਇੰਗਲ ਆਪਣੀ ਕਲੀਅਰ ਹੋ ਗਿਆ। ਇਹਦੇ ਵਿੱਚ ਦੇਖੋ AOC ਦੇ ਵਿੱਚ ਗਾਮਾ ਕੀ ਆ ਰਿਹਾ ਮੇਰਾ ਐਕਸਟਰਨਲ ਐਂਗਲ ਆ ਰਿਹਾ। ਇੰਟਰਨਲ ਐਂਗਲ ਕਿਹੜੇ ਕਿਹੜੇ ਹੈਗੇ ਆਪਣੇ ਕੋਲ AOC ਅਗਰ ਧਿਆਨ ਨਾਲ ਦੇਖੋਗੇ ਮਤਲਬ ਆਹ ਵਾਲੀ ਜੋ ਟ੍ਰਾਇੰਗਲ ਬਣ ਰਹੀ ਹੈ ਇਹਨੂੰ ਧਿਆਨ ਨਾਲ ਦੇਖੋ। ਅਲਫਾ ਐਂਡ ਐਂਗਲ ਆਫ ਇੰਸੀਡੈਂਸ ਕੀ ਹੈਗਾ ਮੇਰਾ ਇੰਟਰਨਲ ਐਂਗਲ। ਜਦੋਂ ਆਪਣੇ ਕੋਲ OC ਨੂੰ ਆਪਾਂ ਐਕਸਟੈਂਡ ਕਰਦੇ ਗਾਮਾ ਕੀ ਬਣ ਰਿਹਾ ਆਪਣਾ ਐਕਸਟਰਨਲ ਐਂਗਲ ਬਣ। ਸੋ ਗਾਮਾ ਕੀ ਹੈਗਾ ਆਪਣੇ ਕੋਲ ਇਜ਼ ਐਕਸਟਰਨਲ ਐਂਗਲ। अगर गामा अपने कोल की एक्सटर्नल एंगल है दैन गामा इज इक्वल टू क्यू का सम ऑफ टू इंटरनल एंगल मतलब अल्फा प्लस किया जाएगा अपने कोल एंगल ऑफ इंसीडेंस। आपां नूं वैल्यू किहदी चाहिदी हुंदी है एंगल ऑफ इंसीडेंस दी। सो की लिख सकदा इहनूं मैं गामा माइनस की लिख सकदा अल्फा। सपोज ये की हैगी अपनी फर्स्ट इक्वेशन। क्लीयर हो गया इन्ना काम। तो दूसरी अपने कोल ट्रायंगल लैंदे हुंदे आपां किहड़ी AIC ट्रायंगल लैंदे हुंदे। सो इन ट्रायंगल AIC आ जो पतली जी ट्रायंगल अपने कोल की बन रही है इनू हुण ध्यान नाल देखो मैं शेड कर देना। सो आ वाली की हैगी अपनी ट्रायंगल AIC है। क्लीयर हो गया। ये अपने कोल की होई ट्रायंगल एंगल की गल कर रहा सी मैं जी IAC अपने कोल की है छोटा जिहा एंगल बनूगा। एक ए वाला अपने कोल की इंटरनल एंगल होगा एक अपने कोल की आ वाला की होगा इंटरनल एंगल होगा। ये भी अगर अपने कोल की ध्यान नाल देखोगे हुण इस ट्रायंगल ਨੂੰ अगर अपने कोल की ध्यान नाल देखिए आप AIC ਨੂੰ ਇਹਦੇ ਵਿੱਚ ਵੀ ਆਪਣੇ ਕੋਲ ਕੀ ਹੈ ਜਦੋਂ ਆਪਾਂ IC ਨੂੰ ਐਕਸਟੈਂਡ ਕਰਵਾਉਂਦੇ ਹਾਂ ਦੈਨ ਆਪਣੇ ਕੋਲ ਕੀ ਹੈ ਗਾਮਾ ਕੀ ਬਣ ਰਿਹਾ एक्सटर्नल एंगल बन रहा है। सो इन AIC अगेन गामा की है अपने को एक्सटर्नल एंगल है। सो इनू थोड़ा जिहा ध्यान नाल देखियो बस यही अगर समझ आ गया ये कुछ नहीं है बाकी। सो दिस इंप्लाइज गामा इज इक्वल टू क्यू का सम ऑफ टू इंटरनल एंगल। एक तो की है क्लीयरली अपने को बीटा दूसरा की है अपने को एंगल IAC है। सो एंगल की है गया IAC सीधा एक बार उदा लिख देना। सो अगर ध्यान नाल देखोगे अपने को की है एंगल IAC की है अपने को वर्टिकल ओपोजिट है कि NAX दे। सिंस IAC की है अपने को वर्टिकली ओपोजिट है कि NAX दे। रीजन की है अपना वर्टिकली ओपोजिट। क्लीयर हो गया। सो एक ही हो जाएगा अपने को IAC की होगा अपने को एंगल ऑफ रिफ्रैक्शन के इक्वल ही होगा। दिस इंप्लाइज गामा इज इक्वल टू किया गया बीटा प्लस किया गया एंगल ऑफ रिफ्रैक्शन। सो ये अपने को आर की वैल्यू कढोगे गामा माइनस की हैगी बीटा है अपनी सैकेंड इक्वेशन आ गई। नो बाकी तो सेम ही है। अप्लाइंग स्नेल्स लॉ इस तो बाद सब सेम है अपना ठीक है। स्नेल लॉ अप्लाई करोगे वही साइन ऑफ एंगल ऑफ इंसिडेंस अपॉन साइन ऑफ एंगल ऑफ रिफ्रैक्शन की इक्वल होगा म्यू टू अपॉन क्या होगा अपना μ1। अगेन एंगल स्मॉल है क्या सो आई अपॉन आर इज इक्वल टू किया जाएगा म्यू टू अपॉन किया जाएगा μ1 क्रॉस मल्टीप्लाई करोगे सो किया होगा μ1 इंटू आई इज इक्वल टू μ2 इंटू किया होगा आर। वैल्यूज पुट कर दो फ्रॉम 1 एंड 2 अपने को किया जाएगा देखो μ1 इंटू आई की वैल्यू कितनी कड्डी है आप गामा माइनस अल्फा इज इक्वल टू μ2 इंटू आर की वैल्यू कितनी फाइंड आउट करिए गामा माइनस बीटा। नाउ अल्फा बीटा गामा की वैल्यू फाइंड आउट कर देने आप। सो वो फाइंड आउट करोगे। नाउ अल्फा इज इक्वल टू की होगा देखो अल्फा किधरों फाइंड आउट करोगे आ वाली ट्रायंगल AMO के विचों अल्फा इज इक्वल टू क्या होगा अगेन परपेंडिकुलर अपॉन क्या होगा अपने को जो रेडियस है वही आर्क अपॉन रेडियस। सो AM अपॉन क्या जाएगा अपने को OM। बीटा इज इक्वल टू क्या आएगा AM अपॉन क्या आएगा MI एंड गामा इज इक्वल टू क्या जाएगा अपने को देखो ध्यान AM अपॉन क्या आएगा MC। क्लीयर हो गया। वैल्यूज नू की करते हैं पुट करते हैं। दिस इंप्लाइज μ1 इंटू अल्फा की जगह पर किया गया अपने को
ए एम अपॉन की आ गया ओ एम माइनस की होना अपने को सॉरी गामा माइनस की होना सी अल्फा नीचे लिख देना। सो म्यू वन इंटू गामा गामा कितना है अपने को ए एम अपॉन किया है अपना एम सी माइनस ਕੀ ਹੋਊਗਾ ਆਪਣੇ ਕੋਲ ਅਲਫਾ ਕੀ ਹੈਗਾ ਏ ਐਮ ਅਪੋਨ ਓ ਐਮ ਇਜ਼ ਇਕਲ ਟੂ ਮਿਊ ਟੂ। ਤੁਸੀਂ ਵੀ ਇਹਦਾ ਐਕਸਾਈਟਮੈਂਟ ਦੇ ਵਿੱਚ ਗਲਤੀ ਨਹੀਂ ਕਰਨੀ, ਧਿਆਨ ਨਾਲ ਵੈਲਿਊਜ਼ ਨੂੰ ਪੁੱਟ ਕਰਨਾ। ਸੋ ਮਿਊ ਟੂ ਇੰਟੂ ਗਾਮਾ ਦੀ ਵੈਲਿਊ ਅਗੇਨ ਕੀ ਹੈਗੀ ਹੈ ਏ ਐਮ ਅਪੋਨ ਕੀ ਆਊਗੀ ਆਪਣੇ ਕੋਲ ਐਮ ਸੀ ਮਾਈਨਸ ਬੀਟਾ ਬੀਟਾ ਕਿੰਨਾ ਹੈਗਾ ਆਪਣੇ ਕੋਲ ਏ ਐਮ ਅਪੋਨ ਕੀ ਹੈਗਾ एम आई। नाउ अगेन अपने कोल की करते हैं इधरों ए एम इधरों भी ए एम कॉमन करते होने एंड दोनों को अपने कोल की कट देने होने। सो डायरैक्ट अपने कोल मैनू कटता कोई दिक्कत वाली गल नहीं हैगी। सो नैक्सट अपने कोल की होंदा एम नू अपने कोल आपां पी नाल रिप्लेस करते हैं सिंस वही अपर्चर स्मॉल सेम वही कहानी सारी सिंस अपर्चर इज स्मॉल। अगर अपर्चर स्मॉल है दैन अपने कोल की करोगे एम लाइज क्लोज टू पी। अगर पी दे क्लोज लाई कर रहे हैं भाई दिस इंप्लाइज म्यू वन इंटू वन अपॉन किया गया एम नू ਉਹਦੇ ਨਾਲ पी ਨਾਲ रिप्लेस कर दो पी सी माइनस वन अपॉन किया जाएगा ओ पी इज इक्वल टू म्यू टू इंटू वन अपॉन पी सी माइनस वन अपॉन किया गया पी ए। ਹੁਣ ਸਾਰੇ ਦੇ ਸਾਰੇ ਦੇਖੋ ਇਹ 'ਚ ਤਾਂ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ। ਸਾਰੇ ਦੇ ਸਾਰੇ ਡਿਸਟੈਂਸ ਆਪਾਂ ਪੀ ਤੋਂ ਮੈਜ਼ਰ ਕਰਨੇ ਆ ਪੀ ਤੋਂ ਲੈ ਕੇ ਸੀ ਤੱਕ ਦਾ ਡਿਸਟੈਂਸ ਆਰ ਕਿਉਂਕਿ ਲੈਫਟ ਸਾਈਡ ਹੈਗਾ ਆਪਣੇ ਕੋਲ ਰੇਜ਼ ਜਿਹੜੀਆਂ ਹੈਗੀਆਂ ਰਾਈਟ ਸਾਈਡ ਜਾ ਰਹੀਆਂ ਸੋ ਕੀ ਹੋਊਗਾ ਨੈਗੇਟਿਵ। ਪੀ ਤੋਂ ਲੈ ਕੇ ਆਈ ਤੱਕ ਦਾ ਡਿਸਟੈਂਸ ਹੈਗਾ ਉਹ ਕੀ ਹੋਊਗਾ ਇਮੇਜ ਡਿਸਟੈਂਸ ਆਪਣਾ ਮਾਈਨਸ ਵੀ ਐਂਡ ਆਹ ਵਾਲਾ ਕੀ ਆ ਗਿਆ ਆਪਣੇ ਕੋਲ ਉਹ ਤੱਕ ਦਾ ਡਿਸਟੈਂਸ ਮਾਈਨਸ ਯੂ ਹੋਗਾ ਕਿਉਂਕਿ ਸਾਰੇ ਆਪਣੇ ਕੋਲ ਲੈਫਟ ਸਾਈਡ ਹੈਗੇ ਰੇਜ਼ ਕਿੱਧਰ ਜਾ ਰਹੀਆਂ ਰਾਈਟ ਸਾਈਡ। ਕਲੀਅਰ ਹੋ ਗਿਆ। ਸੋ ਆਪਣੇ ਕੋਲ ਕੀ ਕਾਰਟੀਜ਼ਨ ਕੋਆਰਡੀਨੇਟਸ ਅਪਲਾਈ ਕਰੋਗੇ ਸੋ ਆਪਣੇ ਕੋਲ ਕੀ ਹੋਊਗਾ ਜੋ ਸਾਰੇ ਦੇ ਸਾਰੇ ਡਿਸਟੈਂਸ ਹੈਗੇ ਉਹ ਨੈਗੇਟਿਵ ਹੀ ਹੋਣਗੇ। ਸੋ म्यू वन अपॉन की सीगा अपना पी सी। सो पी सी की जगह पे देखो पी सी की है अपना रेडियस ऑफ कर्वेचर सो माइनस आ रहा है माइनस वन अपॉन की है ओ पी की है अपना ऑब्जेक्ट डिस्टेंस सो किया गया अपने को माइनस यू आ गया इज इक्वल टू म्यू टू इंटू वन अपॉन पी सी की सीगा माइनस आर माइनस वन अपॉन पी आई की है अपना इमेज डिस्टेंस सो किया गया माइनस वी। क्लीयर हो गया। नैक्सट आप की कर देने म्यू नू अंदर मल्टीप्लाई कर देने सो कर देने आप इधर ही कर रहे हैं। सो म्यू वन आ माइनस अगे लिख लेना सो म्यू वन अपॉन किया गया आर माइनस माइनस की हो गया अपने को प्लस सो म्यू वन अपॉन किया जाएगा अपने को यू इज इक्वल टू किया होगा अपने को माइनस म्यू टू अपॉन आर माइनस माइनस अगेन की हो गया प्लस म्यू टू अपॉन किया अपने को वी। क्लीयर हो गया बोलो। सो फिर अगेन आप करते हैं आर वाले एक साइड कर लेने दूसरे एक साइड। सो सपोज मैं की करता इधरों म्यू वन अपॉन यू नू उधर ले आना सो की होगा माइनस म्यू वन अपॉन आर इनू इधर लेके आऊँगी की हो जाएगा प्लस म्यू टू अपॉन किया जाएगा अपने को आर इज इक्वल टू किया गया म्यू टू अपॉन वी आ उधर जाऊँगा की हो जाएगा नेगेटिव सो माइनस म्यू टू अपॉन किया जाएगा अपने को यू आ जाएगा। क्लीयर हो गया। अगेन इन मैं लिख सकता म्यू टू माइनस म्यू वन अपॉन किया जाएगा अपने को देखो ध्यान इन मैं लिख सकता म्यू टू माइनस म्यू वन अपॉन आर इज इक्वल टू किया जाएगा देखो वही चीज़ दोबारा बननी है अपने को। सो म्यू टू अपॉन किया जाएगा अपने को माइनस यू प्लस किया गया म्यू टू अपॉन वी। क्लीयर हो गया। सो यही फॉर्मूला है जो आप फाइंड आउट कर रहे थे कि अपने को म्यू टू माइनस म्यू वन अपॉन आर इज इक्वल टू किया गया म्यू टू अपॉन माइनस यू प्लस किया गया म्यू टू अपॉन वी। सो जो अपने को रेयर टू डेंसर की गल करते हैं हमेशा अपने को यही फॉर्मूला होगा। सो जो लेंस मेकर फॉर्मूला बनावांगे उस अपने को दोनों यूज होंगे। इस तो बाद अपने को डेंसर टू रेयर की गल करांगे। सो ये अपने को रिफ्रैक्शन फ्रॉम रेयर टू डेंसर मीडियम फॉर कनकेव रिफ्रैक्टिंग सरफेस। क्लीयर हो गया। सो 3 केस ये वाले है 2 केस अपने को दूसरे होंगे जो आप गल करांगे डेंसर टू रेयर की। क्लीयर हो गया। सो ध्यान नाल आ फॉर्मूला जिहड़ा है आप याद कर लेना। क्लीयर हो गया। इनू डायरैक्ट यूज करांगे आप लेंस मेकर फॉर्मूला दे विच। सो अज दे लई थैंक यू। अगर जिहड़े है तुहानूं नोट्स चाहिए होण दैन प्लीज़ जिहड़ा है डिस्क्रिप्शन दे विच जाके तुसीं नोट्स जिहड़े चैक कर सकते हैं। एंड अगर वीडियो चंगी लगे तो प्लीज़ लाइक एंड सबसक्राइब करो चैनल नूं सो दैट तुहानूं कंटिन्यू जिहड़ा है अपडेट मिलते रहन इदां ही।
ਐਂਡ ਪੂਰੇ ਦਾ ਪੂਰਾ ਜਿਹੜਾ ਹੈਗਾ ਆਪਟਿਕਸ ਆਪਾਂ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੇ 10 ਤੋਂ 12 ਲੈਕਚਰਸ ਦੇ ਵਿੱਚ। ਸੋ ਕੰਪਲੀਟ ਜਿਹੜੀ ਹੈਗੀ ਤੁਹਾਨੂੰ ਪਲੇਲਿਸਟ ਜਿਹੜੀ ਹੈਗੀ ਮਿਲ ਸਕਦੀ ਹੈ ਚੈਨਲ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ, ਸੋ ਉਹ ਵੀ ਚੈੱਕ ਕਰ ਸਕਦੇ। ਥੈਂਕ ਯੂ।